ਅੱਜ ਜੋ ਆਪਾਂ ਟੌਪਿਕ ਕਰਨਾ ਉਹ ਹੈਗਾ ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਠੀਕ ਹੈ ਜੀ। ਕੱਲ੍ਹ ਜੋ ਟੌਪਿਕ ਆਪਾਂ ਕੀਤਾ ਸੀਗਾ ਉਹ ਹੈਗਾ ਸੀਗਾ ਕਿ ਜਦੋਂ ਆਪਾਂ ਕੰਡਕਟਰ ਨੂੰ ਕਿਸੇ ਇਲੈਕਟ੍ਰੋਸਟੈਟਿਕ ਫੀਲਡ ਵਿੱਚ ਰੱਖ ਦਿਆਂਗੇ ਤਾਂ ਉਹਦੇ ਇਨਸਾਈਡ ਕੀ ਹੈਗਾ, ਜਿਹੜਾ ਫੀਲਡ ਆ ਉਹ ਜ਼ੀਰੋ ਹੋ ਜਾਂਦਾ ਹੈਗਾ ਨਾ, ਅਤੇ ਨੈੱਟ ਚਾਰਜ ਕੀ ਹੈਗਾ ਉਹ ਜ਼ੀਰੋ ਹੋ ਜਾਂਦਾ ਹੈਗਾ। ਉਸੇ ਪ੍ਰੋਪਰਟੀ ਨੂੰ ਯੂਜ਼ ਕਰਦੇ ਹੋਏ, ਠੀਕ ਆ, ਜਿਹੜੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਆ ਉਹ ਕੀਤੀ ਜਾਂਦੀ ਹੈ। ਇਲੈਕਟ੍ਰੋਸਟੈਟਿਕ ਸ਼ੀਲਡਿੰਗ ਦਾ ਮਤਲਬ ਕੀ ਹੈਗਾ, ਜੋ ਕਿਸੇ ਡਿਵਾਈਸ ਨੂੰ, ਜੋ ਵੀ ਕੋਈ ਸੈਂਸਿਟਿਵ ਡਿਵਾਈਸ ਆ ਗਈ, ਠੀਕ ਆ, ਉਸ ਨੂੰ ਆਪਾਂ ਕੀ ਹੈਗਾ ਕਿਸੇ ਹੋਲੋ ਕੰਡਕਟਰ ਦੇ ਅੰਦਰ ਰੱਖ ਦਿਆਂਗੇ, ਹੋਲੋ ਕੰਡਕਟਰ ਦੇ ਅੰਦਰ ਰੱਖ ਦਿਆਂਗੇ। ਜੇ ਕੋਈ ਬਾਹਰੋਂ ਐਕਸਟਰਨਲ ਫੀਲਡ ਲੱਗੂਗਾ ਵੀ ਤਾਂ ਉਹ ਫੀਲਡ ਉਸ 'ਤੇ ਐਕਟ ਨਹੀਂ ਕਰੂਗਾ। ਹੁਣ ਆਪਾਂ ਜਿਹੜੇ ਸੈਂਸਿਟਿਵ ਇੰਸਟਰੂਮੈਂਟ ਨੇ ਉਹਨਾਂ ਨੂੰ ਇਸ ਫੀਲਡ 'ਚ ਇਸ ਹੋਲੋ ਕੰਡਕਟਰ ਦੇ ਵਿੱਚ ਕਿਉਂ ਰੱਖ ਦਿਆਂਗੇ, ਤਾਂ ਕਿ ਕੀ ਆ ਉਹਨਾਂ 'ਤੇ ਜਿਹੜਾ ਐਕਸਟਰਨਲ ਇਲੈਕਟ੍ਰਿਕ ਫੀਲਡ ਆ ਕਿਸੇ ਵੀ ਥਰੂ, ਕਿਸੇ ਵੀ ਮਤਲਬ ਦੇਖੋ ਆਲੇ ਦੁਆਲੇ ਆਪਣੇ ਵਾਇਰਿੰਗ ਹੋ ਰਹੀ ਆ, ਕੁਛ ਵੀ ਆ, ਠੀਕ ਆ, ਤਾਂ ਉਹਦੇ ਥਰੂ ਉਹਨੂੰ ਕੀ ਆ ਅਫੈਕਟ ਨਾ ਕਰੇ। ਹੁਣ ਸੈਂਸਿਟਿਵ ਇੰਸਟਰੂਮੈਂਟ ਕੀ ਕਰਦੇ ਨੇ, ਜਿਹੜੇ ਸੈਂਸਿਟਿਵ ਇੰਸਟਰੂਮੈਂਟ ਨੇ, ਜੇ ਉਹਨਾਂ 'ਤੇ ਜ਼ਿਆਦਾ ਇਲੈਕਟ੍ਰਿਕ ਫੀਲਡ ਜਾਂ ਥੋੜ੍ਹਾ ਜਿਹਾ ਵੀ ਇਲੈਕਟ੍ਰਿਕ ਫੀਲਡ ਪੈ ਗਿਆ ਜਾਂ ਕੋਈ ਵੀ ਆਪਣੇ ਕੋਲ ਇਫੈਕਟ ਆ ਗਿਆ ਤਾਂ ਕਿ ਉਹ ਖਰਾਬ ਹੋ ਜਾਂਦੇ ਨੇ। ਇਸੇ ਕਰਕੇ ਉਹਨਾਂ ਦੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀਤੀ ਜਾਂਦੀ ਹੈ। ਮਤਲਬ ਇਲੈਕਟ੍ਰੋਸਟੈਟਿਕ ਸ਼ੀਲਡ ਦਾ ਮਤਲਬ ਕੀ ਹੈਗਾ, ਕਿਸੇ ਵੀ ਏਰੀਏ ਨੂੰ ਆਪਾਂ ਪ੍ਰੋਟੈਕਟ ਕਰਨਾ ਗਾ। ਕਿਹਦੇ ਤੋਂ ਪ੍ਰੋਟੈਕਟ ਕਰਾਉਣਾ ਗਾ, ਫਰੋਮ ਦਾ ਇਫੈਕਟ ਆਫ ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਤੋਂ ਬਚਾਉਣ ਵਾਸਤੇ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀਤੀ ਜਾਂਦੀ ਹੈ। ਠੀਕ ਹੈ ਜੀ, ਓਕੇ ਜੀ। ਕਿਹੜੀ ਪ੍ਰੋਪਰਟੀ ਯੂਜ਼ ਕਰ ਰਹੇ ਹਾਂਗੇ, ਪ੍ਰੋਪਰਟੀ ਉਹ ਯੂਜ਼ ਕਰ ਰਹੇ ਹਾਂਗੇ ਜਦੋਂ ਵੀ ਅਸੀਂ ਕਿਸੇ ਕੰਡਕਟਰ ਨੂੰ, ਠੀਕ ਹੈ, ਇਲੈਕਟ੍ਰੋਸਟੈਟਿਕ ਫੀਲਡ ਦੇ ਵਿੱਚ ਰੱਖ ਦਿਆਂਗੇ ਤਾਂ ਉਹਦੇ ਇਨਸਾਈਡ ਜਿਹੜਾ ਇਲੈਕਟ੍ਰਿਕ ਫੀਲਡ ਹੈਗਾ, ਨੈਟ ਇਲੈਕਟ੍ਰਿਕ ਫੀਲਡ ਕੀ ਆ ਜ਼ੀਰੋ ਹੋ ਜਾਂਦਾ ਹੈਗਾ। ਉਸ ਪ੍ਰੋਪਰਟੀ ਨੂੰ ਯੂਜ਼ ਕਰਦੇ ਹੋਏ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀਤੀ ਜਾਂਦੀ ਹੈਗੀ। ਠੀਕ ਹੈ ਜੀ। ਯੂਜ਼ ਪਤਾ ਲੱਗ ਗਿਆ, ਯੂਜ਼ ਕੀ ਹੈਗਾ, ਕਿਸੇ ਸੈਂਸਿਟਿਵ ਇੰਸਟਰੂਮੈਂਟ ਨੂੰ ਆਪਾਂ, ਠੀਕ ਆ, ਆਊਟਰ ਇਲੈਕਟ੍ਰਿਕ ਫੀਲਡ ਜਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਤੋਂ ਬਚਾਉਣ ਲਈ ਆਪਾਂ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕਰ ਦਾਂਗੇ। ਦੂਸਰਾ, ਕਈ ਵਾਰ ਆਪਾਂ ਸੁਣਿਆ ਨਾ ਕਿ ਜਦੋਂ ਲਾਈਟਨਿੰਗ ਹੋ ਰਹੀ ਆ ਜਾਂ ਥੰਡਰ ਹੋ ਰਿਹਾ ਹੈਗਾ ਤਾਂ ਕਹਿੰਦੇ ਹੁੰਦੇ ਨੇ ਵੀ ਆਪਦੀ ਕਾਰ ਜਾਂ ਬੱਸ ਦੇ ਵਿੱਚੋਂ ਬਾਹਰ ਨਾ ਨਿਕਲੋ। ਕਿਉਂ ਨਾ ਨਿਕਲੋ, ਕਿਉਂਕਿ ਕਾਰ ਕੀ ਹੈਗੀ ਆਪਣੇ ਕੋਲ ਇੱਕ ਤਰ੍ਹਾਂ ਦਾ ਕੰਡਕਟਰ ਹੋ ਗਿਆ, ਹੋਲੋ ਕੰਡਕਟਰ ਹੋ ਗਿਆ। ਜੇ ਉਹਦੇ ਅੰਦਰ ਆਪਾਂ ਬੈਠੇ ਹਾਂਗੇ ਤਾਂ ਆਪਾਂ ਸੇਫ ਹਾਂ, ਕਿਉਂਕਿ ਇਲੈਕਟ੍ਰਿਕ ਫੀਲਡ ਕੀ ਹੋਊਗਾ ਇਨਸਾਈਡ। ਜੇ ਬਾਹਰੋਂ ਆਪਾਂ ਲਾਈਟਨਿੰਗ ਗਿਰੂਗੀ ਵੀ ਤਾਂ ਵੀ ਇਲੈਕਟ੍ਰਿਕ ਫੀਲਡ ਕੀ ਆ ਅੰਦਰ ਨਹੀਂ ਪਹੁੰਚਣਾ ਹੈਗਾ, ਕਾਰ ਜਾਂ ਬੱਸ ਦੇ ਵਿੱਚ ਸੇਫ ਆਂਗੇ। ਇਸੇ ਕਰਕੇ ਕਿ ਆਪਾਂ ਕਹਿੰਦੇ ਹਾਂ ਵੀ ਟਰੀ ਦੇ ਹੇਠਾਂ ਜਾਂ ਓਪਨ 'ਚ ਨਾ ਖੜੋ, ਕਾਰ ਜਾਂ ਬੱਸ 'ਚ ਹੀ ਬੈਠੇ ਰਹੋ ਜੇ ਲਾਈਟਨਿੰਗ ਜਾਂ ਥੰਡਰਿੰਗ ਹੋ ਰਹੀ ਹੈ। ਠੀਕ ਹੈ ਜੀ, ਇਹੀ ਪ੍ਰੋਪਰਟੀ ਹੈ, ਇਹਨੂੰ ਕਹਿੰਦੇ ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਇਲੈਕਟ੍ਰੋਸਟੈਟਿਕ ਸ਼ੀਲਡਿੰਗ ਹੈਗਾ ਕੀ ਇੱਕ ਮੈਥਡ ਆ, ਠੀਕ ਆ, ਮੈਥਡ ਹੈਗਾ ਜਿਹੜਾ ਕੀ ਹੈਗਾ ਕਿਸੇ ਵੀ ਏਰੀਏ ਨੂੰ, ਰੀਜਨ ਨੂੰ, ਸਰਟਨ ਰੀਜਨ ਹੈਗਾ ਉਹਨੂੰ ਪ੍ਰੋਟੈਕਟ ਕਰਨ ਲਈ ਕੀ ਤੋਂ, ਕਿਸੇ ਐਕਸਟਰਨਲ ਇਲੈਕਟ੍ਰੋਸਟੈਟਿਕ ਫੀਲਡ ਤੋਂ ਪ੍ਰੋਟੈਕਟ ਕਰਨ ਵਾਸਤੇ ਵਰਤਿਆ ਜਾਂਦਾ ਹੈਗਾ। ਠੀਕ ਹੈ ਜੀ। ਅਗਲਾ ਹੈਗਾ ਡਾਇਲੈਕਟ੍ਰਿਕਸ। ਹੁਣ ਡਾਇਲੈਕਟ੍ਰਿਕਸ ਆਪਾਂ ਕੀਤੇ ਸੀਗੇ, ਕਿਹੜੇ ਸੀਗੇ, ਨਾਨ ਕੰਡਕਟਿੰਗ ਮਟੀਰੀਅਲ ਸੀਗੇ। ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਹੈਗਾ ਪੋਲਰ ਡਾਇਲੈਕਟ੍ਰਿਕ, ਇੱਕ ਹੈਗਾ ਨਾਨ ਪੋਲਰ ਡਾਇਲੈਕਟ੍ਰਿਕ। ਪੋਲਰ ਡਾਇਲੈਕਟ੍ਰਿਕ ਕੀ ਹੁੰਦੇ ਨੇ, ਜਿਹੜੇ ਉਹ ਡਾਇਲੈਕਟ੍ਰਿਕ ਜਿਹਦੇ ਵਿੱਚ ਕੀ ਹੈਗਾ ਆਪਣੇ ਕੋਲ, ਦੇਖੋ ਤੁਹਾਨੂੰ ਪਤਾ ਹੈਗਾ ਜੇ ਆਪਣੇ ਕੋਲ ਐਟਮ ਜਾਂ ਮੋਲੀਕੂਲ ਆ ਉਹਦੇ ਵਿੱਚ ਦੋ ਚਾਰਜ ਹੋਣਗੇ, ਇੱਕ ਪੋਜ਼ਿਟਿਵ ਹੋਊਗਾ, ਇੱਕ ਨੈਗੇਟਿਵ ਹੋਊਗਾ। ਠੀਕ ਆ। ਜਿਹੜੇ ਪੋਲਰ ਡਾਇਲੈਕਟ੍ਰਿਕ ਨੇ ਇਹ ਕੀ ਨੇ, ਉਹ ਡਾਇਲੈਕਟ੍ਰਿਕ ਜਿਨ੍ਹਾਂ ਵਿੱਚ ਐਟਮ ਜਾਂ ਮੋਲੀਕੂਲਸ, ਠੀਕ ਹੈ, ਐਟਮ ਜਾਂ ਮੋਲੀਕੂਲਸ ਜਿਹੜੇ ਆਪਣੇ ਕੋਲ ਚਾਰਜਸ ਨੇ, ਨੈਗੇਟਿਵ ਚਾਰਜ ਡੈਂਸਿਟੀ ਹੋ ਗਈ ਜਾਂ ਪੋਜ਼ਿਟਿਵ ਚਾਰਜ ਡੈਂਸਿਟੀ ਹੋ ਗਈ, ਜਿਹੜਾ ਸੈਂਟਰ ਆਫ ਗ੍ਰੈਵਿਟੀ ਆ ਉਹ ਕੋਇਨਸਾਈਡ ਨਹੀਂ ਕਰਦੇ ਹੈਗੇ। ਧਿਆਨ ਰੱਖਣਾ, ਕੋਇਨਸਾਈਡ ਨਹੀਂ ਕਰਦੇ ਕੀ 'ਚ, ਪੋਲਰ ਦੇ ਵਿੱਚ ਕੋਇਨਸਾਈਡ ਨਹੀਂ ਕਰਦੇ ਹੈਗੇ। ਠੀਕ ਆ। ਇਟ ਮੀਨਸ ਕੀ ਹੈਗਾ, ਇਹਦੇ ਜਿਹੜੀ ਚਾਰਜ ਦੀ ਡਿਸਟਰੀਬਿਊਸ਼ਨ ਆ ਉਹ ਸਿਮੈਟਰੀਕਲ ਨਹੀਂ ਹੋਣੀ, ਅਸਿਮੈਟਰੀਕਲ ਹੋਊਗੀ। ਮਤਲਬ ਕੀ ਹੈਗਾ ਕਿ ਜੇ ਮੈਂ ਇੱਥੇ ਕੋਈ ਮੋਲੀਕੂਲ ਡਰਾ ਕਰ ਰਿਹਾ ਗਾ, ਇੱਕ ਪਾਸੇ ਕੀ ਹੋਊਗਾ ਪੋਜ਼ਿਟਿਵ ਚਾਰਜ, ਇੱਕ ਪਾਸੇ ਨੈਗੇਟਿਵ ਚਾਰਜ ਹੋਊਗਾ। ਠੀਕ ਹੈ ਜੀ। ਜੇ ਪੋਜ਼ਿਟਿਵ ਚਾਰਜ, ਜੇ ਨੈਗੇਟਿਵ ਚਾਰਜ ਇੱਕ ਸਾਈਡ 'ਤੇ ਨੇ, ਇਟ ਮੀਨਸ ਕੀ ਹੈਗਾ ਉਹ ਅਸਿਮੈਟਰੀਕਲ ਡਿਸਟਰੀਬਿਊਸ਼ਨ ਆ ਉਹ ਚਾਰਜ ਦੀ, ਅਸਿਮੈਟਰੀਕਲ। ਧਿਆਨ ਰੱਖਣਾ, ਅਸਿਮੈਟਰੀਕਲ, ਨਾਟ ਸਿਮੈਟਰੀਕਲ, ਮਤਲਬ ਵੀ ਸਿਮੈਟਰੀਕਲ ਨਹੀਂ ਹੈਗਾ। ਠੀਕ ਆ। ਸੋ ਹੁਣ ਦੇਖੋ ਤੁਹਾਨੂੰ ਪਤਾ ਗਾ ਜੇ ਆਪਣੇ ਕੋਲ ਇਸ ਤਰ੍ਹਾਂ ਗਾ ਇੱਕ ਨੈਗੇਟਿਵ ਚਾਰਜ ਇੱਕ ਪੋਜ਼ਿਟਿਵ ਚਾਰਜ ਹੈਗਾ, ਇਟ ਮੀਨਸ ਉੱਥੇ ਕੀ ਹੋਊਗਾ, ਹੁਣ ਤੁਹਾਨੂੰ ਪਤਾ ਕਿ ਡਾਈਪਲ ਹੋਊਗਾ ਉੱਥੇ। ਠੀਕ ਹੈ। ਡਾਈਪਲ ਕਿਵੇਂ ਹੁੰਦਾ ਗਾ ਆਪਣੇ ਕੋਲ, ਫਰੋਮ ਨੈਗੇਟਿਵ ਟੂ ਪੋਜ਼ਿਟਿਵ ਡਾਈਪਲ ਮੂਵਮੈਂਟ ਹੋਊਗਾ। ਤਾਂ ਇਹ ਜਿਹੜੇ ਪੋਲਰ ਡਾਇਲੈਕਟਰ ਹੋਣਗੇ ਉਹਨਾਂ ਕੋਲ ਕੀ ਆ, ਪਰਮਾਨੈਂਟ ਡਾਈਪਲ ਮੂਵਮੈਂਟ ਹੋਊਗਾ, ਡਾਈਪਲ ਮੂਵਮੈਂਟ ਹੋਵੇਗਾ। ਠੀਕ ਹੈ ਜੀ। ਹੁਣ ਜੇ ਆਪਣੇ ਕੋਲ ਕਾਫੀ ਸਾਰੇ ਇਸ ਤਰ੍ਹਾਂ ਦੇ ਮੋਲੀਕੂਲਸ ਨੇ ਜਾਂ ਐਟਮਸ ਨੇ, ਠੀਕ ਆ, ਤਾਂ ਜੇ ਆਪਣੇ ਕੋਲ ਐਕਸਟਰਨਲ ਫੀਲਡ ਪ੍ਰੈਜੈਂਟ ਨਹੀਂ ਹੈਗਾ ਤਾਂ ਕੀ ਹੋਣਗੇ, ਇਹ ਰੈਂਡਮਲੀ ਓਰੀਐਂਟ ਹੋਏ ਹੋਣਗੇ। ਜਿਵੇਂ ਫੋਰ ਐਗਜ਼ਾਮਪਲ ਮੈਂ ਕਹਤਾ ਕਿ ਆਪਣੇ ਕੋਲ, ਮੇਰੇ ਕੋਲ ਕੀ ਹੈਗਾ, ਇਹ ਕੋਈ ਕੰਡਕਟਰ ਹੈਗਾ ਜਾਂ ਕੁਛ ਵੀ ਲਓ, ਸੌਰੀ ਕੰਡਕਟਰ ਨਹੀਂ, ਡਾਇਲੈਕਟ੍ਰਿਕ ਕਹਿ ਰਿਹਾ ਮੈਂ, ਕੰਡਕਟਰ ਨਹੀਂ ਕਹਿ ਰਿਹਾ, ਡਾਇਲੈਕਟ੍ਰਿਕ। ਓਕੇ, ਇਹ ਮੇਰੇ ਕੋਲ ਡਾਇਲੈਕਟ੍ਰਿਕ ਹੈਗਾ। ਮੰਨ ਲਓ ਇਹਦੇ ਵਿੱਚ ਕਾਫੀ ਸਾਰੇ ਇਹ ਪੋਲਰ ਐਟਮਸ ਪਏ ਨੇ, ਪੋਲਰ ਮੋਲੀਕੂਲਸ ਪਏ ਨੇ, ਤਾਂ ਇਸ ਤਰ੍ਹਾਂ ਰੈਂਡਮਲੀ ਓਰੀਐਂਟਡ ਹੋਏ ਹੋਣਗੇ
कि ਕੀ ਹੈਗਾ ਜਿਹੜਾ ਨੈਟ ਚਾਰਜ ਹੈਗਾ ਜਾਂ ਨੈਟ ਡਾਇਪੋਲ ਮੂਵਮੈਂਟ ਹੈਗਾ ਇਸ ਸਿਸਟਮ ਦਾ ਜਾਂ ਇਸ ਡਾਇਲੈਕਟ੍ਰਿਕ ਦਾ ਉਹ ਕੀ ਹੋਊਗਾ ਜ਼ੀਰੋ ਹੋਊਗਾ ਰੈਂਡਮਲੀ ਓਰੀਐਂਟ ਹੋਏ ਹੋਣ ਠੀਕ ਹੈ ਤਾਂ ਨੈਟ ਜਿਹੜਾ ਨੈਟ ਹੈਗਾ ਨੈਟ ਡਾਇਪੋਲ ਮੂਵਮੈਂਟ ਉਹ ਜ਼ੀਰੋ ਹੋਊਗਾ ਪਰ ਦੇਖੋ ਜੇ ਆਪਾਂ ਮੋਲੀਕੂਲ ਦੀ ਗੱਲ ਕਰਾਂ ਇਕੱਲੇ ਤਾਂ ਉਹਦਾ ਕੁਝ ਹੋਊਗਾ ਬਟ ਜਦੋਂ ਆਪਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਰੱਖ ਲਿਆ ਰੈਂਡਮਲੀ ਓਰੀਐਂਟ ਕਰ ਰਹੇ ਹਾਂਗੇ ਰੈਂਡਮਲੀ ਓਰੀਐਂਟ ਕਰ ਰਹੇ ਹਾਂਗੇ ਜਾਂ ਆਪਾਂ ਨੈਚੁਰਲੀ ਪਏ ਨੇ ਤਾਂ ਉਹਦਾ ਨੈਟ ਡਾਇਪੋਲ ਮੂਵਮੈਂਟ ਕੀ ਹੋਊਗਾ ਜ਼ੀਰੋ ਹੋਊਗਾ ਇਸ ਕੇਸ 'ਚ ਠੀਕ ਆ ਪਰ ਜਦੋਂ ਅਸੀਂ ਫੀਲਡ ਲਗਾ ਦਾਂਗੇ ਠੀਕ ਆ ਫੀਲਡ ਲਗਾ ਦਾਂਗੇ ਤਾਂ ਕੀ ਹੋਊਗਾ ਜਦੋਂ ਫੀਲਡ ਲਗਾਤਾ ਮੈਂ ਐਕਸਟਰਨਲ ਫੀਲਡ ਲਗਾਤਾ ਈ ਨੋਟ ਲਗਾਤਾ ਇੱਧਰ ਪੋਜ਼ਿਟਿਵ ਹੈ ਇੱਧਰ ਨੈਗੇਟਿਵ ਡਾਇਰੈਕਸ਼ਨ ਹੈਗਾ ਤਾਂ ਕੀ ਹੋਊਗਾ ਇਹ ਇਸ ਤਰ੍ਹਾਂ ਓਰੀਐਂਟ ਹੋ ਜਾਣਗੇ ਇੱਧਰ ਨੂੰ ਮਤਲਬ ਜਿਹੜਾ ਨੈਗੇਟਿਵ ਚਾਰਜ ਹੈਗਾ ਇਹ ਪੋਜ਼ਿਟਿਵ ਸਾਈਡ ਵੱਲ ਹੋ ਜਾਊਗਾ ਜੇ ਆਪਾਂ ਕਹਿੰਦੇ ਕਿ ਸਾਈਡ ਜਿਹੜੀ ਲੈਫਟ ਸਾਈਡ ਆ ਉਧਰ ਆ ਜਾਊਗਾ ਇਹ ਰਾਈਟ ਸਾਈਡ ਆ ਗਈ ਤੇ ਪੋਜ਼ਿਟਿਵ ਚਾਰਜ ਰਾਈਟ ਸਾਈਡ ਵੱਲ ਹੋ ਜਾਊਗਾ ਇਸ ਤਰ੍ਹਾਂ ਓਰੀਐਂਟ ਹੋ ਜਾਣਗੇ ਜੇ ਆਪਾਂ ਫੀਲਡ ਲਗਾ ਦਾਂਗੇ ਐਕਸਟਰਨਲ ਫੀਲਡ ਇਹ ਕੀ ਹੈਗਾ ਵੈਨ ਐਕਸਟਰਨਲ ਫੀਲਡ ਇਜ਼ ਨਾਟ ਪ੍ਰੈਜ਼ੈਂਟ ਔਰ ਵੀ ਕੈਨ ਸੇ ਐਕਸਟਰਨਲ ਫੀਲਡ ਇਜ਼ ਜ਼ੀਰੋ ਤਾਂ ਕਿ ਇਹ ਰੈਂਡਮਲੀ ਓਰੀਐਂਟ ਹੋਣਗੇ ਤਾਂ ਇਹਦਾ ਨੈਟ ਡਾਇਪੋਲ ਮੂਵਮੈਂਟ ਕੀ ਜ਼ੀਰੋ ਹੋਊਗਾ ਪਰ ਜਦੋਂ ਅਸੀਂ ਐਕਸਟਰਨਲ ਫੀਲਡ ਲਗਾ ਦਾਂਗੇ ਤਾਂ ਕੀ ਹੋਊਗਾ ਜੀ ਇਹਦੇ ਕੋਲ ਨੈਟ ਡਾਇਪੋਲ ਮੂਵਮੈਂਟ ਆ ਜਾਊਗਾ ਉਹ ਕਿੱਧਰ ਨੂੰ ਹੋਊਗਾ ਇੱਧਰ ਨੂੰ ਹੋਊਗਾ ਠੀਕ ਹੈ ਜੀ ਕਿਉਂਕਿ ਨੈਗੇਟਿਵ ਟੂ ਪੋਜ਼ਿਟਿਵ ਡਾਇਰੈਕਸ਼ਨ ਹੁੰਦੀ ਹੈ ਤਾਂ ਜਿਹੜਾ ਫੀਲਡ ਹੋਊਗਾ ਜਿਹੜਾ ਇਨਸਾਈਡ ਫੀਲਡ ਹੋਊਗਾ ਉਹਦੀ ਇੱਧਰ ਨੂੰ ਹੋਊਗੀ ਉਹਨੂੰ ਆਪਾਂ ਕਹਾਂਗੇ ਈਪੀ ਠੀਕ ਆ ਇਹਨੂੰ ਕਹਾਂਗੇ ਜਿਹੜਾ ਫੀਲਡ ਹੈਗਾ ਫੀਲਡ ਪ੍ਰੋਡਿਊਸ ਹੋਏਗਾ ਡਿਊ ਟੂ ਪੋਲਰਾਈਜੇਸ਼ਨ ਠੀਕ ਆ ਅੰਦਰ ਫੀਲਡ ਪ੍ਰੋਡਿਊਸ ਹੋ ਜਾਊਗਾ ਨਾ ਜੇ ਆਪਾਂ ਪੋਜ਼ਿਟਿਵ ਟੂ ਨੈਗੇਟਿਵ ਚਾਰਜ ਇੱਧਰ ਨੂੰ ਨੇ ਤਾਂ ਅੰਦਰ ਇੱਕ ਫੀਲਡ ਪ੍ਰੋਡਿਊਸ ਹੋ ਜਾਊਗਾ ਜਿਹੜਾ ਉਹ ਫੀਲਡ ਹੋਊਗਾ ਉਹਨੂੰ ਆਪਾਂ ਈਪੀ ਕਹਾਂਗੇ ਇਹ ਤਾਂ ਹੋ ਗਏ ਪੋਲਰ ਡਾਇਲੈਕਟਰ ਹੁਣ ਪੋਲਰ ਆਪਣੇ ਕੋਲ ਇਹਦੀ ਐਗਜ਼ਾਮਪਲਸ ਕੀ ਨੇ ਜਿਵੇਂ HCl ਮੋਲੀਕੂਲ ਹੋ ਗਿਆ ਠੀਕ ਆ ਜਿਹੜੇ ਵੀ ਆਪਣੇ ਕੋਲ HCl ਮੋਲੀਕੂਲਸ ਨੇ ਉਹ ਪੋਲਰ ਹੁੰਦੇ ਨੇ ਵਾਟਰ ਹੋ ਗਿਆ ਠੀਕ ਆ ਤੇ ਅਮੋਨੀਆ ਹੋ ਗਿਆ ਕਾਰਬਨ ਡਾਈਆਕਸਾਈਡ ਹੋ ਗਿਆ ਇਸ ਤਰ੍ਹਾਂ ਜਿਹੜੇ ਮੋਲੀਕੂਲਸ ਨੇ ਉਹ ਪੋਲਰ ਹੁੰਦੇ ਨੇ ਠੀਕ ਹੈ ਧਿਆਨ ਰੱਖਣਾ ਇਹਨਾਂ ਦੀ ਜਿਹੜੀ ਸਿਮੈਟ੍ਰੀਕਲ ਡਿਸਟ੍ਰੀਬਿਊਸ਼ਨ ਨਹੀਂ ਹੁੰਦੀ ਤਾਂ ਇਹਦੀ ਸ਼ੇਪ ਵੀ ਆ ਉਹ ਸਿਮੈਟ੍ਰੀਕਲ ਨਹੀਂ ਹੋਊਗੀ ਠੀਕ ਆ ਇਹਨਾਂ ਕੋਲ ਕੀ ਹੈਗਾ ਪਰਮਾਨੈਂਟ ਡਾਇਪੋਲ ਮੂਵਮੈਂਟ ਹੋਊਗਾ ਜੇ ਆਪਾਂ ਇੱਕ ਐਟਮ ਜਾਂ ਇੱਕ ਮੋਲੀਕੂਲ ਦੀ ਗੱਲ ਕਰਦੇ ਹਾਂ ਪਰ ਜੇ ਆਪਾਂ ਪੂਰੇ ਸਬਸਟੈਂਸ ਦੀ ਗੱਲ ਕਰਦੇ ਹਾਂਗੇ ਮਤਲਬ ਸਬਸਟੈਂਸ ਦਾ ਪੂਰਾ ਇੱਕ ਆਪਣੇ ਕੋਲ ਹੀਪ ਪਈ ਹੈ ਜਾਂ ਢੇਰੀ ਪਈ ਹੈ ਜਾਂ ਸਲੈਬ ਪਈ ਹੈਗੀ ਤਾਂ ਉਸ ਕੇਸ 'ਚ ਜਿਹੜਾ ਨੈਟ ਡਾਇਪੋਲ ਮੂਵਮੈਂਟ ਉਹ ਜ਼ੀਰੋ ਨੇ ਉਹਨਾਂ ਕੋਲ ਕੀ ਹੋਊਗਾ ਡਾਇਪੋਲਮੈਂਟ ਕੁਛ ਨਾ ਕੁਛ ਹੋਊਗਾ ਹੁਣ ਅਗਲਾ ਹੈਗਾ ਆਪਣੇ ਕੋਲ ਨੋਨ ਪੋਲਰ ਡਾਇਲੈਕਟ੍ਰਿਕ ਇਹ ਕਿਹੜੇ ਹੁੰਦੇ ਨੇ ਸਿੰਪਲ ਜਿਨ੍ਹਾਂ ਕੋਲ ਪਰਮਾਨੈਂਟ ਡਾਇਪੋਲ ਮੂਵਮੈਂਟ ਨਾ ਹੋਵੇ ਠੀਕ ਹੈ ਪਰਮਾਨੈਂਟ ਡਾਇਪੋਲ ਮੂਵਮੈਂਟ ਨਾ ਹੋਵੇ ਤਾਂ ਉਹਨਾਂ ਦੀ ਜਿਹੜੀ ਚਾਰਜ ਡਿਸਟ੍ਰੀਬਿਊਸ਼ਨ ਉਹ ਸਿਮੈਟ੍ਰੀਕਲ ਹੋਊਗੀ ਸਿਮੈਟ੍ਰੀਕਲ ਮੀਨਸ ਕਿ ਜਿਹੜਾ ਆਪਣੇ ਕੋਲ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਆ ਉਹਨਾਂ ਦਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਹੈਗਾ ਸੈਂਟਰ ਆਫ ਗ੍ਰੈਵਿਟੀ ਉਹ ਕੋਇਨਸਾਈਡ ਕਰੂਗਾ ਹੁਣ ਸੈਂਟਰ ਆਫ ਗ੍ਰੈਵਿਟੀ ਕਿੱਥੇ ਹੋਊਗਾ ਐਂਡ ਬਿਲਕੁਲ ਸੈਂਟਰ ਤੇ ਹੀ ਹੋਊਗਾ ਇਹਨਾਂ ਦਾ ਠੀਕ ਆ ਇਹ ਕੋਇਨਸਾਈਡ ਕਰਨਗੇ ਜੇ ਕੋਇਨਸਾਈਡ ਕਰਨਗੇ ਇਟ ਮੀਨਸ ਕੀ ਹੈਗਾ ਇਹ ਇਹਦੀ ਜਿਹੜੀ ਡਿਸਟ੍ਰੀਬਿਊਸ਼ਨ ਹੋਊਗੀ ਉਹ ਸਿਮੈਟ੍ਰੀਕਲ ਹੋਊਗੀ ਜਿਵੇਂ ਜਿਹੜੇ ਮੋਲੀਕੂਲਸ ਹੋ ਗਏ N2 ਮੋਲੀਕੂਲ ਹੈਗਾ ਠੀਕ ਆ N2 ਦੋ ਆਪਣੇ ਕੋਲ ਨਾਈਟ੍ਰੋਜਨ ਲੈ ਲੈਣਗੇ ਇਹ ਦੋਨੇ ਕੀ ਹੈਗਾ ਸਿਮੈਟ੍ਰੀਕਲੀ ਡਿਸਟ੍ਰੀਬਿਊਟਡ ਨੇ ਇਟ ਮੀਨਸ ਕੀ ਹੈਗਾ ਇਹ ਆਪਣੇ ਕੋਲ ਨੋਨ ਪੋਲਰ ਡਾਇਲੈਕਟ੍ਰਿਕ ਆ ਨੋਨ ਪੋਲਰ ਡਾਇਲੈਕਟ੍ਰਿਕ ਜਦੋਂ ਵੀ ਆਪਾਂ ਡੈਫੀਨੇਸ਼ਨ ਦੇਣੀ ਹੈਗੀ ਨੋਨ ਪੋਲਰ ਡਾਇਲੈਕਟਰ ਦੀ ਆਪਾਂ ਕਹਿਣਾ ਹੈਗਾ ਕਿ ਇਹਦੇ ਵਿੱਚ ਕੀ ਹੈਗਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਆ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੀ ਉਹ ਕੋਇਨਸਾਈਡ ਕਰਦੀ ਹੈਗੀ ਇਸ ਕਰਕੇ ਇਹਨਾਂ ਨੂੰ ਆਪਾਂ ਨੋਨ ਪੋਲਰ ਡਾਇਲੈਕਟਰ ਕਹਿੰਦੇ ਹਾਂ ਹੁਣ ਇਹਨਾਂ ਦੀ ਖਾਸੀਅਤ ਕੀ ਹੈਗੀ ਇਹਨਾਂ ਕੋਲ ਸਿਮੈਟ੍ਰੀਕਲ ਡਿਸਟ੍ਰੀਬਿਊਸ਼ਨ ਹੋਊਗੀ ਇਹਨਾਂ ਕੋਲ ਕੋਈ ਪਰਮਾਨੈਂਟ ਡਾਇਪੋਲ ਮੂਵਮੈਂਟ ਨਹੀਂ ਹੋਊਗਾ ਪਰ ਜਦੋਂ ਅਸੀਂ ਫੀਲਡ ਦੇ ਵਿੱਚ ਰੱਖਾਂਗੇ ਠੀਕ ਆ ਇਹਨੂੰ ਫੀਲਡ ਦੇ ਵਿੱਚ ਰੱਖਾਂਗੇ ਮੰਨ ਲਓ ਐਕਸਟਰਨਲ ਫੀਲਡ ਲਗਾਤਾ ਮੈਂ ਈ ਨੋਟ ਤਾਂ ਕੀ ਹੋਊਗਾ ਜਿਹੜੀ ਡਿਸਟ੍ਰੀਬਿਊਸ਼ਨ ਚਾਰਜ ਦੀ ਆ ਉਹ ਕੀ ਆ ਗਈ ਉਹ ਰੀਡਿਸਟ੍ਰੀਬਿਊਟ ਹੋਊਗਾ ਇਸ ਤਰ੍ਹਾਂ ਰੀਡਿਸਟ੍ਰੀਬਿਊਟ ਹੋਊਗਾ ਜਿਹੜੇ ਨੈਗੇਟਿਵ ਇਲੈਕਟ੍ਰੋਨਸ ਨੇ ਜਾਂ ਆਪਣੇ ਕੋਲ ਨੈਗੇਟਿਵ ਚਾਰਜ ਨੇ ਉਹ ਫੋਰਸ ਐਕਸਪੀਰੀਅੰਸ ਕਰਨਗੇ ਟੁਵਰਡ ਦਿਸ ਸਾਈਡ ਐਂਡ ਪੋਜ਼ਿਟਿਵ ਚਾਰਜ ਕਿਸ ਨੂੰ ਐਕਸਪੀਰੀਅੰਸ ਕਰਨਗੇ ਫੋਰ ਇੱਧਰ ਨੂੰ ਠੀਕ ਹੈ ਜੀ ਕਿਉਂਕਿ ਸਾਨੂੰ ਪਤਾ ਨਾ ਆਪਣੇ ਕੋਲ ਜੇ ਮਾਈਨਸ ਕਿਊ ਆ ਤਾਂ ਉਹਦੀ ਫੋਰਸ ਕੀ ਲੱਗੂਗੀ ਇੱਧਰ ਨੂੰ ਇਸ ਡਾਇਰੈਕਸ਼ਨ ਨੂੰ ਜੇ ਪਲੱਸ 'ਚ ਹੈਗਾ ਤਾਂ ਫਿਰ ਇਸ ਡਾਇਰੈਕਸ਼ਨ 'ਚ ਫੋਰਸ ਲੱਗੂਗੀ ਠੀਕ ਆ ਤਾਂ ਇਹਦੀ ਡਿਸਟ੍ਰੀਬਿਊਸ਼ਨ ਆ ਉਹ ਚੇਂਜ ਹੋ ਜਾਊਗੀ ਤੇ ਉਹਦੇ ਤੇ ਕੀ ਆ ਕੁਛ ਨਾ ਕੁਛ ਇੰਡਿਊਸ ਚਾਰਜ ਹੋ ਜਾਊਗਾ ਇਹਨੂੰ ਆਪਾਂ ਕਹਾਂਗੇ ਇੰਡਿਊਸ ਚਾਰਜ ਜਿਹੜਾ ਇੰਡਿਊਸ ਚਾਰਜ ਆ ਉਹ ਨੈਗੇਟਿਵ ਆ ਇਸ ਕੇਸ ਤੇ ਇੱਧਰ ਕੀ ਹੈਗਾ ਪੋਜ਼ਿਟਿਵ ਇੰਡਿਊਸ ਚਾਰਜ ਹੈਗਾ ਹੁਣ ਧਿਆਨ ਰੱਖਣਾ ਜਦੋਂ ਮੈਂ ਫੀਲਡ ਹਟਾ ਦੂੰਗਾ ਤਾਂ ਇਹ ਦੁਬਾਰੇ ਫਿਰ ਆਪਣੀ ਸ਼ੇਪ 'ਚ ਆ ਜਾਊਗਾ ਦੁਬਾਰੇ ਸਿਮੈਟ੍ਰੀਕਲ ਸ਼ੇਪ 'ਚ ਆ ਜਾਊਗਾ ਜਦੋਂ ਐਕਸਟਰਨਲ ਫੀਲਡ ਹਟਾ ਦਾਂਗੇ ਤਾਂ ਦੁਬਾਰੇ ਫਿਰ ਇਹ ਆਪਣੀ ਸ਼ੇਪ 'ਚ ਆ ਜਾਊਗਾ ਹੁਣ ਜਿਹੜੇ ਫੀਲਡ ਪ੍ਰੈਜ਼ੈਂਟ ਹੈਗਾ ਤਾਂ ਕੀ ਹੈਗਾ ਇਹਦੇ ਤੇ ਇੰਡਿਊਸ ਚਾਰਜ ਆਉਂਦਾ ਹੈਗਾ ਜੇ ਫੀਲਡ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਦੁਬਾਰੇ ਫਿਰ ਇਹ ਉਹਦੀ ਡਿਸਟ੍ਰੀਬਿਊਸ਼ਨ ਉਹ ਚੇਂਜ ਹੋ ਜਾਂਦੀ ਹੈਗੀ ਠੀਕ ਹੈ ਜੀ
ਤਾਂ ਜਦੋਂ ਫੀਲਡ ਲਗਾਉਂਦੇ ਆਗੇ ਤਾਂ ਇਹਦੇ 'ਤੇ ਗਿਆ ਡਾਇਪੋਲ ਮੂਵਮੈਂਟ ਆ ਜਾਂਦਾ ਗਾ, ਉਹਨੂੰ ਆਪਾਂ ਕਹਿੰਦੇ ਆਗੇ ਇੰਡਿਊਸਡ ਡਾਇਪੋਲ ਮੂਵਮੈਂਟ। ਜਿਹੜਾ ਇਹ ਇੰਡਿਊਸਡ ਡਾਇਪੋਲ ਮੂਵਮੈਂਟ ਆ ਇਹ ਟੈਂਪਰੇਰੀ ਹੋਊਗਾ। ਟੈਂਪਰੇਰੀ ਕਿਉਂ ਹੋਊਗਾ? ਕਿਉਂਕਿ ਜਦੋਂ ਤੱਕ ਫੀਲਡ ਪ੍ਰੈਜੈਂਟ ਹੈਗਾ ਉਦੋਂ ਤੱਕ ਤਾਂ ਇਹ ਡਾਇਪੋਲ ਹੈਗਾ ਗਾ, ਜਦੋਂ ਫੀਲਡ ਖਤਮ ਕਰਤਾ ਆਪਾਂ ਨੇ ਉਦੋਂ ਇਹ ਇੰਡਿਊਸਡ ਡਾਇਪੋਲ ਮੂਵਮੈਂਟ ਗਾਇਬ ਹੋ ਜਾਣਾ। ਠੀਕ ਆ, ਕਿਉਂ ਗਾਇਬ ਹੋ ਜਾਣਾ ਗਾ? ਕਿਉਂਕਿ ਉਹਨੇ ਆਪਣੀ ਦੁਬਾਰਾ ਜਿਹੜੀ ਸ਼ੇਪ ਆ ਸਿਮੈਟ੍ਰੀਕਲ ਡਿਸਟ੍ਰੀਬਿਊਸ਼ਨ ਆ ਉਹ 'ਚ ਚੇਂਜ ਹੋ ਜਾਣਾ। ਠੀਕ ਹੈ ਜੀ, ਨੌਨ ਪੋਲਰ ਦੀ ਇਹ ਖਾਸੀਅਤ ਹੈ। ਕਿ ਐਗਜ਼ਾਮਪਲ ਜੇ ਕਿਵੇਂ ਹੋਈਆਂ ਆਪਣੇ ਕੋਲ ਮੋਲੀਕੂਲਸ, ਨਾਈਟ੍ਰੋਜਨ ਹੋ ਗਈ, ਆਕਸੀਜਨ ਗੈਸ ਜਿਹੜੇ ਮੋਲੀਕੂਲਸ ਹੋ ਗਏ, ਹਾਈਡਰੋਜਨ ਗੈਸ ਦੇ ਹੋ ਗਏ, ਈਵਨ ਤੋਂ ਕਾਰਬਨ ਡਾਈਆਕਸਾਈਡ ਜਿਹੜੇ ਮੋਲੀਕੂਲ ਨੇ ਉਹ ਨੌਨ ਪੋਲਰ ਹੈਗੇ ਨੇ। ਜਿਹੜਾ ਅਗਲਾ ਆਰਟੀਕਲ ਆ ਵੈਰੀ ਵੈਰੀ ਇੰਪੋਰਟੈਂਟ ਆਰਟੀਕਲ ਹੈਗਾ ਕਿ ਜੇ ਆਪਾਂ ਹੁਣ ਪਹਿਲਾਂ ਤੁਹਾਨੂੰ ਦੱਸਦਾ, ਮੰਨ ਲਓ ਇਹ ਆਪਣੇ ਕੋਲ ਦੋ ਸ਼ੀਟਸ ਨੇ, ਪੋਜ਼ਿਟਿਵ ਚਾਰਜ ਆ, ਇਧਰ ਪੋਜ਼ਿਟਿਵ ਚਾਰਜ ਆ, ਇਧਰ ਨੈਗੇਟਿਵ ਚਾਰਜ ਆ। ਠੀਕ ਹੈ ਜੀ, ਇਹ ਪੈਰਲਲ ਪਲੇਟਸ ਨੇ, ਕੰਡਕਟਰ ਸ਼ੀਟਸ ਨੇ। ਠੀਕ ਆ, ਕੰਡਕਟਰ ਸ਼ੀਟਸ ਨੇ, ਪੈਰਲਲ ਪਲੇਟਸ ਨੇ, ਤੇ ਇਹ ਕੀ ਕੰਮ ਕਰਨਗੇ? ਇਹ ਕੈਪੈਸਿਟਰ ਦਾ ਕੰਮ ਕਰਨਗੇ। ਠੀਕ ਆ, ਬਸ ਮੈਂ ਯੂਜ਼ ਕਰ ਰਿਹਾ ਕੈਪੈਸਿਟਰ, ਪਰ ਜੋ ਡਿਫਾਈਨ ਕਰੂੰਗਾ ਉਹ ਅਗਲੇ ਕਲਾਸ ਵਿੱਚ ਡਿਫਾਈਨ ਕਰੂੰਗਾ ਕੈਪੈਸਿਟਰ ਕੀ ਹੁੰਦਾ ਵਾ। ਠੀਕ ਹੈ, ਕੈਪੈਸਿਟਰ ਦਾ ਕੰਮ ਕਰਦੇ ਨੇ। ਕੀ ਹੈ ਇਹ ਫੀਲਡ ਜਨਰੇਟ ਕਰਨੀ। ਕਿਹਦੇ ਨੂੰ ਫੀਲਡ ਹੋਊਗਾ? ਪੋਜ਼ਿਟਿਵ ਟੂ ਨੈਗੇਟਿਵ, ਜਿਹੜਾ ਉਹ ਆਪਾਂ ਕਹਾਂਗੇ ਈ ਨੋਟ ਐਕਸਟਰਨਲ ਫੀਲਡ ਕਰ ਸਕਦੇ ਹਾਂ। ਤਾਂ ਇਹਨਾਂ ਵਿੱਚ ਕਰਕੇ ਆ ਸਪੇਸ ਪਈ ਹੋਊਗੀ, ਇਹ ਸਪੇਸ। ਹੁਣ ਪਿੱਛੇ ਇੱਕ ਆਪਾਂ ਆਰਟੀਕਲ ਕਰਕੇ ਆਵਾਂਗੇ, ਕੀ ਕਰਕੇ ਆਵਾਂਗੇ ਕਿ ਜੇ ਮੇਰੇ ਕੋਲ ਕੰਡਕਟਰ ਹੈਗਾ, ਕੰਡਕਟਰ ਤੇ ਜਿਹੜੀ ਆ ਸਰਫੇਸ ਚਾਰਜ ਡੈਂਸਿਟੀ ਹੁੰਦੀ ਹੈਗੀ, ਜੇ ਪੋਜ਼ਿਟਿਵ ਤਾਂ ਪੋਜ਼ਿਟਿਵ ਸਰਫੇਸ ਚਾਰਜ ਡੈਂਸਿਟੀ ਹੋਊਗੀ, ਜੇ ਨੈਗੇਟਿਵ ਤਾਂ ਨੈਗੇਟਿਵ ਤੇ ਹੋਊਗੀ। ਤਾਂ ਜਿਹੜਾ ਫੀਲਡ ਹੋਗਾ, ਫੀਲਡ ਤੇ ਸਰਫੇਸ ਚਾਰਜ ਡੈਂਸਿਟੀ ਦਾ ਰਿਲੇਸ਼ਨ ਕੀ ਸੀਗਾ? ਉਹ ਹੈਗਾ ਸੀਗਾ ਈ ਨੋਟ ਸਿਗਮਾ ਓਵਰ ਐਪਸਾਈਲਨ ਨੋਟ। ਇਹ ਬੜਾ ਰਿਲੇਸ਼ਨ ਆਪਾਂ ਪਿੱਛੇ ਕੀਤਾ ਡਰਾਈਵ। ਠੀਕ ਹੈ, ਇਹ ਯੂਜ਼ ਹੋਊਗਾ ਇੱਥੇ। ਨੈਗੇਟਿਵ ਤੇ ਇਸ ਤਰ੍ਹਾਂ ਹੋ ਜਾਊਗਾ, ਜਿਹੜਾ ਫੀਲਡ ਹੈਗਾ ਉਹਦੀ ਫੀਲਡ ਦੀ ਵੈਲਿਊ ਹੋਊ ਇੱਧਰ ਨੂੰ ਹੋਊਗੀ। ਠੀਕ ਹੈ, ਪੋਜ਼ਿਟਿਵ ਟੂ ਨੈਗੇਟਿਵ ਡਾਇਰੈਕਸ਼ਨ ਹੋਊਗੀ, ਤੇ ਵੈਲਿਊ ਕਿੰਨੀ ਹੋਊ? ਮੈਗਨੀਟਿਊਡ ਸਿਗਮਾ ਓਵਰ ਐਪਸਾਈਲਨ ਨੋਟ ਹੋਊਗੀ। ਓਕੇ ਜੀ, ਠੀਕ ਹੈ ਜੀ। ਹੁਣ ਆਪਾਂ ਨੇ ਕੋਲ ਕੀ ਹੈਗਾ, ਪੈਰਲਲ ਕੈਪੈਸਿਟਰ ਆਪਾਂ ਲੈ ਲਏ, ਪਲੇਟਸ ਲੈ ਲਈਆਂ, ਡਾਇਲੈਕਟਰ ਲੈ ਲਏ। ਠੀਕ ਹੈ, ਫੀਲਡ ਕੀ ਲੈ ਲਿਆ ਆਪਾਂ ਨੇ? ਈ ਨੋਟ ਫੀਲਡ ਹੋ ਗਿਆ। ਓਕੇ ਜੀ, ਹੁਣ ਆਪਾਂ ਕੀ ਕਰਨਾ ਗਾ, ਇਸ ਫੀਲਡ ਦੇ ਵਿੱਚ ਜਿਹੜਾ ਆਪਣੇ ਕੋਲ ਸਲੈਬਸ ਨੇ ਜਾਂ ਆਪਣੇ ਕੋਲ ਸੌਰੀ ਪਲੇਟਸ ਨੇ, ਇਹਨਾਂ ਦੇ ਵਿਚਕਾਰ ਆਪਾਂ ਕੀ ਰੱਖਾਂਗੇ? ਇੱਕ ਸਲੈਬ ਰੱਖ ਦਾਂਗੇ। ਕਿਹੜੀ ਸਲੈਬ ਰੱਖਾਂਗੇ? ਡਾਇਲੈਕਟ੍ਰਿਕ ਸਲੈਬ ਰੱਖਾਂਗੇ। ਡਾਇਲੈਕਟ੍ਰਿਕ ਸਲੈਬ ਰੱਖਾਂਗੇ, ਪਰ ਕਾਹਦੀ ਬਣੀ ਹੋਈ ਚਾਹੀਦੀ ਹੈ? ਉਹ ਨॉन ਪੋਲਰ ਐਟਮਸ ਦੀ ਬਣੀ ਹੋਣੀ ਹੈ, ਜਾਂ ਨॉन ਪੋਲਰ ਐਟਮਸ ਲਾ ਲਓ ਜਾਂ ਮੋਲੀਕੂਲਸ ਲਗਾ ਲਓ, ਉਹਨਾਂ ਦੀ ਬਣੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਜਦੋਂ ਨॉन ਪੋਲਰ ਐਟਮਸ ਨੇ ਆਪਾਂ ਪਲੇਸ ਕਰਤਾ ਇੱਥੇ, ਮਤਲਬ ਇੱਥੇ ਡਾਇਗਰਾਮ ਬਣਾਉਣਾ ਗਾ। ਓਕੇ ਜੀ, ਹੁਣ ਜਦੋਂ ਨॉन ਪੋਲਰ ਐਟਮਸ ਇਹਦੇ ਜਿਹੜੀ ਸਲੈਬ ਆ ਉਹ ਰੱਖਤੀ ਆਪਣੇ ਕੋਲ, ਕਿਉਂਕਿ ਨॉन ਪੋਲਰ ਕੀ ਹੁੰਦੇ ਨੇ? ਸਿਮੈਟ੍ਰੀਕਲ ਡਿਸਟ੍ਰੀਬਿਊਸ਼ਨ ਹੋਈ ਹੁੰਦੀ ਹੈ। ਠੀਕ ਆ, ਜਦੋਂ ਉਹਦੇ ਤੇ ਫੀਲਡ ਲੱਗੂਗਾ ਤਾਂ ਫਿਰ ਕੀ ਹੋਊਗਾ? ਫੀਲਡ ਲੱਗਣ ਨਾਲ ਕੀ ਹੈਗਾ, ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਚੇਂਜ ਹੋ ਜਾਊਗੀ। ਇੱਕ ਪਾਸੇ ਪੋਜ਼ਿਟਿਵ ਚਲਾ ਜਾਊਗਾ, ਇੱਕ ਪਾਸੇ ਨੈਗੇਟਿਵ ਚਲਾ ਜਾਊਗਾ, ਡਿਪੈਂਡਿੰਗ ਔਨ ਦ ਡਾਇਰੈਕਸ਼ਨ ਆਫ ਦਾ ਫੀਲਡ। ਜੇ ਫੀਲਡ ਡਾਇਰੈਕਸ਼ਨ ਇੱਧਰ ਨੂੰ ਆ ਤਾਂ ਇੱਧਰਲੀ ਸਾਈਡ ਤੇ ਪੋਜ਼ਿਟਿਵ ਸਾਈਡ ਚਾਰਜ ਆ ਜਾਊਗਾ, ਕਿਉਂਕਿ ਦੱਸਿਆ ਸੀ ਨਾ ਪਿੱਛੇ ਕਿਊ ਐਪਸਾਈਲਨ ਨੋਟ ਫੋਰਸ ਇੱਧਰ ਨੂੰ ਲੱਗੂਗੀ, ਇਹਦੇ ਤੇ ਨੈਗੇਟਿਵ ਲੱਗੂ, ਇਸ ਕਰਕੇ ਫੋਰਸ ਦੀ ਡਾਇਰੈਕਸ਼ਨ ਇੱਧਰ ਨੂੰ ਆ ਗਈ, ਤਾਂ ਇਸ ਕਰਕੇ ਚਾਰਜ ਇੱਧਰ ਨੂੰ ਚਲੇ ਜਾਣਗੇ, ਨੈਗੇਟਿਵ ਚਾਰਜ। ਤਾਂ ਕੀ ਆ ਜਾ ਆਪਣੇ ਕੋਲ ਜਦੋਂ ਫੀਲਡ 'ਚ ਇਹਨੂੰ ਰੱਖਤਾ ਆਪਾਂ ਐਕਸਟਰਨਲ ਫੀਲਡ ਦੇ ਵਿੱਚ, ਤਾਂ ਸਲੈਬ ਨੂੰ, ਤਾਂ ਜਿੰਨੇ ਵੀ ਆਪਣੇ ਕੋਲ ਐਟਮਸ ਨੇ ਉਹਨਾਂ ਦਾ ਜਿਹੜਾ ਚਾਰਜ ਦੀ ਡਿਸਟ੍ਰੀਬਿਊਸ਼ਨ ਆ ਉਹ ਰੀਡਿਸਟ੍ਰੀਬਿਊਸ਼ਨ ਹੋਣਗੇ, ਤੇ ਆਪਾਂ ਐ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਕੋਲ ਸਲੈਬ ਆ ਉਹ ਪੋਲਰਾਈਜ਼ ਹੋ ਜੂਗੀ। ਇਹਨੂੰ ਕਹਿੰਦੇ ਆਪਾਂ ਪੋਲਰਾਈਜੇਸ਼ਨ, ਪੋਲਰਾਈਜੇਸ਼ਨ ਹੀ ਕਹਿੰਦੇ ਇਹਨੂੰ ਆਪਾਂ। ਠੀਕ ਆ, ਪੋਲਰਾਈਜੇਸ਼ਨ ਕਿਉਂ ਕਹਿੰਦੇ ਹੈਗੇ? ਕਿਉਂਕਿ ਚਾਰਜ ਜਿਹੜੀ ਡਿਸਟ੍ਰੀਬਿਊਸ਼ਨ ਆ ਗਈ ਉਹ ਉਹਨਾਂ ਤੇ ਇੰਡਿਊਸ ਚਾਰਜ ਆ ਗਿਆ। ਠੀਕ ਆ, ਪੋਲਰਾਈਜੇਸ਼ਨ ਦੀ ਡੈਫੀਨੇਸ਼ਨ ਵੀ ਇਹੀ ਆ ਕਿ ਪੋਲਰਾਈਜੇਸ਼ਨ ਆਫ ਡਾਇਲੈਕਟ੍ਰਿਕ ਇਜ਼ ਦਾ ਪ੍ਰੋਸੈਸ ਆਫ inducing equal and opposite charge on the two opposite faces of dielectric on the application of electric field। ਮਤਲਬ ਜਦੋਂ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਆਂਗੇ, ਠੀਕ ਹੈ, ਕਿਸੇ ਡਾਇਲੈਕਟ੍ਰਿਕ ਤੇ, ਤਾਂ ਉਹਦੇ ਦੋ ਸਾਈਡ ਤੇ, ਇੱਕ ਸਾਈਡ ਹੈਗੀ ਆਪਣੇ ਕੋਲ ਇੱਧਰਲੀ, ਇਹਦੇ ਤੇ ਨੈਗੇਟਿਵ ਚਾਰਜ ਆ ਗਿਆ, ਦੂਸਰੀ ਸਾਈਡ ਤੇ ਪੋਜ਼ਿਟਿਵ ਚਾਰਜ ਆ ਗਿਆ, ਪਰ ਇਹ ਇਕੁਅਲ ਹੋਣਗੇ। ਜੋ ਮਤਲਬ ਇੱਧਰ ਆਪਣੇ ਕੋਲ ਕਿਊ ਆਈ ਆਇਆ, ਇੱਧਰ ਵੀ ਕਿਊ ਆਈ ਹੋਊਗਾ, ਬਟ ਇੱਧਰ ਕੀ ਹੈਗਾ, ਜਿਹੜਾ ਮੈਗਨੀਟਿਊਡ ਹੋਊਗਾ ਇੱਧਰ ਮਾਈਨਸ ਦਾ, ਇੱਧਰ ਪਲੱਸ ਵਾਲਾ। ਠੀਕ ਹੈ, ਇਕੁਅਲ ਐਂਡ ਆਪੋਜ਼ਿਟ ਚਾਰਜ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ। ਹੁਣ ਜਿੰਨੇ ਵੀ ਐਟਮਸ ਹੋਣਗੇ ਉਹ ਕੀ ਹੋਣਗੇ ਜੀ, ਉਹਨਾਂ ਤੇ ਜਿਹੜੀ ਚਾਰਜ ਡਿਸਟ੍ਰੀਬਿਊਸ਼ਨ ਚੇਂਜ ਹੋ ਜੂਗੀ, ਪੋਜ਼ਿਟਿਵ ਨੈਗੇਟਿਵ ਹੋ ਜਾਣਗੇ, ਚਾਰਜ ਆ ਜਾਣਗੇ। ਤਾਂ ਹੁਣ ਤੁਸੀਂ ਪਿੱਛੇ ਆਪਾਂ ਆਰਟੀਕਲ ਕੀਤਾ ਸੀਗਾ ਕਿ ਜੇ ਆਪਣੇ ਕੋਲ ਇਸ ਤਰ੍ਹਾਂ ਦਾ ਆਪਣੇ ਕੋਲ ਇਹ ਬਣ ਗਿਆ, ਇਹ ਕੀ ਬਣ ਗਿਆ ਆਪਣੇ ਕੋਲ? ਇਹ ਆਪਣੇ ਕੋਲ ਬਣ ਗਿਆ ਡਾਈਪੋਲ। ਹੁਣ ਜੇ ਡਾਈਪੋਲ ਬਣ ਗਿਆ ਤਾਂ ਇਹਦੇ ਤੇ ਕੀ ਆ? ਫੋਰਸ, ਟਾਰਕ ਲੱਗੂਗਾ। ਜੇ ਟਾਰਕ ਲੱਗੂਗਾ ਤਾਂ ਟਾਰਕ ਦਾ ਕੰਮ ਕੀ ਹੋਊਗਾ? ਇਹਨਾਂ ਨੂੰ ਅਲਾਈਨ ਕਰਨਾ। ਕਿਹਦੇ ਨੂੰ ਅਲਾਈਨ ਕਰਨਾ? ਕਿਹਦੇ ਨੂੰ ਅਲਾਈਨ ਕਰਨਾ ਵੀ? ਜਿੱਧਰ ਨੂੰ ਫੀਲਡ ਦੀ ਡਾਇਰੈਕਸ਼ਨ ਆ ਗਈ। ਠੀਕ ਆ, ਅਲਾਈਨ ਕਰ ਦੂਗਾ ਇਹਨੂੰ। ਕਿਉਂ ਕਰ ਦੂਗਾ ਬਈ? ਕਿਉਂਕਿ ਆਪਣੇ ਕੋਲ ਪੀ ਡਾਟ ਈ ਇਹ ਵਾਲਾ ਚੀਜ਼ ਹੈ ਨਾ, ਆਪਣੇ ਕੋਲ ਯੂ, ਜੇ ਆਪਾਂ ਦੇਖੀਏ ਜਿਹੜੀ ਪੋਟੈਂਸ਼ੀਅਲ એનર્ਜੀ ਸੀ ਇਹ ਸੀ ਨਾ,
ਤਾਂ ਮਿਨੀਮਮ ਪੋਟੈਂਸ਼ੀਅਲ એનર્ਜੀ ਕਿੱਥੇ ਹੋਊਗੀ, ਜਿੱਥੇ ਆਪਣੇ ਕੋਲ ਐਂਗਲ ਕੀ ਹੋਊਗਾ, 0 ਹੋਊਗਾ। ਇਹੀ ਹੈ ਨਾ, ਹੁਣ ਐਂਗਲ 0 ਹੋ ਗਿਆ, cos 0 ਕਿੰਨਾ ਹੁੰਦਾ ਗਾ, 1 ਹੁੰਦਾ ਗਾ। ਤਾਂ ਮਿਨੀਮਮ ਪੋਟੈਂਸ਼ੀਅਲ એનર્ਜੀ ਇੱਥੇ ਹੀ ਆ ਗਈ ਇਸ ਕੇਸ 'ਚ। ਤਾਂ ਇਸ ਕਰਕੇ ਕੀ ਹੈਗਾ, ਇਹ ਅਲਾਈਨ ਹੋ ਜਾਣਗੇ ਜਿਹੜੇ ਆਪਣੇ ਕੋਲ ਕੀ ਨੇ, ਡਾਈਪਲਸ ਨੇ, ਜਿਹੜੇ ਡਾਈਪਲ ਇੰਡਿਊਸ ਡਾਈਪਲ ਪ੍ਰੋਡਿਊਸ ਹੋਏ ਨੇ ਉਹ ਅਲਾਈਨ ਹੋ ਜਾਣਗੇ in the direction of applied electric field। ਤਾਂ ਜਿੰਨੇ ਵੀ ਸਾਰੇ ਆਪਣੇ ਕੋਲ ਮੋਲੀਕਿਊਲਸ ਨੇ ਜਾਂ ਐਟਮਸ ਨੇ ਉਹ ਅਲਾਈਨ ਹੋ ਜਾਣਗੇ। ਠੀਕ ਹੈ, ਮੈਂ ਇੱਥੇ ਡਾਇਗਰਾਮ ਡਰਾ ਕਰ ਰਿਹਾ, ਵੈਸੇ 2 ਐਟਮਸ ਕਰੂੰਗਾ ਚਲੋ ਸਮਝਾਉਣ ਲਈ ਬਸ। ਲਓ ਜੀ, ਹੁਣ ਕੀ ਹੋਊਗਾ, ਆਪਣੇ ਕੋਲ ਜਿਹੜੇ ਇਨਸਾਈਡ ਜਿਹੜੇ ਹੈਗੇ ਆਪਣੇ ਕੋਲ ਚਾਰਜਸ ਨੇ ਆਹ ਵਾਲੇ, ਇਹ ਕੀ ਹੋ ਗਏ, ਜਿਹੜਾ ਇਫੈਕਟ ਆ ਉਹ ਕੈਂਸਲ ਕਰ ਦੇਣਗੇ, ਬਟ ਜਿਹੜੇ ਸਾਈਡ ਤੇ ਰਹਿ ਜਾਣਗੇ, ਜਿਵੇਂ ਇਧਰਲੀ ਸਾਈਡ ਤੇ ਰਹਿ ਜਾਣਗੇ, ਇਧਰ ਕੀ ਰਹਿ ਜੂ, ਇਕੱਲਾ ਨੈਗੇਟਿਵ ਚਾਰਜ ਰਹਿ ਜਾਊਗਾ, ਇਧਰਲੀ ਸਾਈਡ ਤੇ ਕੀ ਰਹਿ ਜਾਊਗਾ, ਇਕੱਲਾ ਪੋਜ਼ਿਟਿਵ ਚਾਰਜ ਰਹਿ ਜਾਊਗਾ। ਇਧਰ ਨੈਗੇਟਿਵ ਚਾਰਜ ਰਹਿ ਗਿਆ ਇਕੱਲਾ, ਇਹ ਪੋਜ਼ਿਟਿਵ ਚਾਰਜ ਰਹਿ ਗਿਆ। ਜਿਹੜੇ ਇਨਰ ਚਾਰਜਸ ਹੋਣਗੇ ਉਹ ਇੱਕ ਦੂਜੇ ਦਾ ਜਿਹੜਾ ਇਫੈਕਟ ਆ ਉਹ ਕੈਂਸਲ ਕਰ ਦੇਣਗੇ। ਦੇਖੋ ਕਿਉਂ, ਇਧਰ ਨੈਗੇਟਿਵ ਆ, ਇਧਰ ਪੋਜ਼ਿਟਿਵ ਆ, ਜੇ ਮੰਨ ਲਓ ਪੋਜ਼ਿਟਿਵ ਇਧਰ ਨੈਗੇਟਿਵ ਆ ਤਾਂ ਕੈਂਸਲ ਹੋ ਗਿਆ, ਇਫੈਕਟ ਕੈਂਸਲ ਹੋ ਗਿਆ। ਠੀਕ ਹੈ, ਜਿਹੜੇ ਇਨਰ ਸਾਈਡ ਆ ਗਈ ਉਹ ਸਾਰਾ ਇਫੈਕਟ ਕੈਂਸਲ ਹੋ ਜਾਊਗਾ, ਬਟ ਜਿਹੜੀ ਸਾਈਡ ਤੇ ਨੇ ਇਹ ਜਿਹੜੀ ਉਧਰ ਨੈਟ ਚਾਰਜ ਰਹਿ ਜਾਊਗਾ। ਇਹ ਜਿਹੜਾ ਨੈਟ ਚਾਰਜ ਹੋਊਗਾ ਇਧਰ ਮੰਨ ਲਓ ਮਾਈਨਸ ਕਿਊ ਆਈ ਹੈ, ਇਧਰ ਸਪੋਜ਼ ਕਰ ਲਓ ਪਲੱਸ ਕਿਊ ਆਈ ਹੈ। ਠੀਕ ਆ, ਇੰਡਿਊਸ ਚਾਰਜ ਹੋਊਗਾ। ਹੁਣ ਜੇ ਇੰਡਿਊਸ ਚਾਰਜ ਆ ਗਿਆ ਤਾਂ ਕੀ ਆ, ਇਹਦੇ ਕਰਕੇ ਕੀ ਆ, ਫੀਲਡ ਪ੍ਰੋਡਿਊਸ ਹੋਊਗਾ। ਫੀਲਡ ਦੀ ਡਾਇਰੈਕਸ਼ਨ ਕਿਹਦੀ ਹੁੰਦੀ ਹੈਗੀ, ਫੀਲਡ ਡਾਇਰੈਕਸ਼ਨ ਹੁੰਦੀ ਹੈ ਫਰੋਮ ਪੋਜ਼ਿਟਿਵ ਟੂ ਨੈਗੇਟਿਵ ਡਾਇਰੈਕਸ਼ਨ, ਪੋਜ਼ਿਟਿਵ ਟੂ ਨੈਗੇਟਿਵ ਡਾਇਰੈਕਸ਼ਨ ਹੁੰਦੀ ਹੈਗੀ। ਸੋ ਫੀਲਡ ਕਿੱਧਰ ਨੂੰ ਹੋਊਗਾ, ਪੋਜ਼ਿਟਿਵ ਟੂ ਨੈਗੇਟਿਵ ਇੱਧਰ ਨੂੰ। ਇਸ ਫੀਲਡ ਨੂੰ ਆਪਾਂ ਕਹਾਂਗੇ ਈਪੀ। ਠੀਕ ਆ, ਫੀਲਡ ਡਿਊ ਟੂ ਪੋਲਰਾਈਜੇਸ਼ਨ। ਠੀਕ ਆ, ਫੀਲਡ ਡਿਊ ਟੂ ਪੋਲਰਾਈਜੇਸ਼ਨ, ਇਹ ਈਪੀ ਹੋ ਗਿਆ। ਹੁਣ ਜਿਹੜਾ ਈਪੀ ਹੈਗਾ ਇਹਦੇ ਕਾਰਨ ਕੀ ਆ, ਇਨਸਾਈਡ ਜਿਹੜਾ ਫੀਲਡ ਹੈਗਾ, ਨੈਟ ਫੀਲਡ ਆ ਉਹ ਕੀ ਹੋਊਗਾ, ਇਨਸਾਈਡ ਨੈਟ ਫੀਲਡ ਕੀ ਹੋਊਗਾ, ਉਹਦੀ ਜਿਹੜੀ ਵੈਲਿਊ ਕੀ ਹੋਊਗੀ, ਹਾਂਜੀ ਆਪਾਂ ਦੋਨਾਂ ਦਾ ਵੈਕਟਰ ਸਮਝ ਲੈਂਦੇ ਹਾਂ ਨਾ। ਸੋ ਇਹ ਕੀ ਹੋਗਾ, ਆਪਣੇ ਕੋਲ ਐਕਸਟਰਨਲ ਈ ਨਾਟ ਆ ਤੇ ਇਹਦੀ ਡਾਇਰੈਕਸ਼ਨ ਕੀ ਆ ਗਈ, ਆਪੋਜਿਟ ਆ ਗਈ। ਸੋ ਇਸ ਕਰਕੇ ਆਪਾਂ ਨੂੰ ਮਾਈਨਸ ਲਾਵਾਂਗੇ ਈਪੀ। ਸੋ ਨੈਟ ਫੀਲਡ ਹੈਗਾ ਜਾਂ ਇਨਸਾਈਡ ਦਾ ਸਲੈਬ ਆ ਜਾਂ ਡਾਇਲੈਕਟ੍ਰਿਕ ਆ ਉਹ ਕੀ ਹੋ ਜਾਊਗਾ, ਰਿਡਿਊਸ ਹੋ ਜਾਊਗਾ, ਘਟ ਜਾਊਗਾ। ਮਾਈਨਸ ਦਾ ਮਤਲਬ ਘਟੇਗਾ ਨਾ, ਸੋ ਰਿਡਿਊਸ ਹੋ ਜਾਊਗਾ। ਹੁਣ ਧਿਆਨ ਦੇਖੋ ਕਿ ਜਦੋਂ ਅਸੀਂ ਡਾਇਲੈਕਟ੍ਰਿਕ ਸਲੈਬ ਦੋ ਪੈਰਲ ਜਿਹੜੀ ਹੈ ਕੰਡਕਟਰ ਨੇ ਕੰਡਕਟਿੰਗ ਸ਼ੀਟ ਦੇ ਆਪਣੇ ਕੋਲ ਚਾਰਜ ਸ਼ੀਟ ਦੇ ਵਿਚਕਾਰ ਆਪਾਂ ਰੱਖ ਦਿਆਂਗੇ ਤਾਂ ਜਿਹੜਾ ਇਨਸਾਈਡ ਫੀਲਡ ਹੈਗਾ ਉਹ ਰਿਡਿਊਸ ਹੋ ਜਾਂਦਾ। ਠੀਕ ਆ ਜੀ, ਇਹ ਬੜਾ ਆਪਾਂ ਯਾਦ ਰੱਖਣਾ ਗਾ ਕਿ ਫੀਲਡ ਰਿਡਿਊਸ ਕਿਉਂ ਹੁੰਦਾ। ਠੀਕ ਹੈ ਜੀ, ਤਾਂ ਇਹਦਾ ਐਕਸਪ੍ਰੈਸ਼ਨ ਇਹਨੂੰ ਆਪਾਂ ਇਕੁਏਸ਼ਨ ਨੰਬਰ 2 ਦੇ ਦਾਂਗੇ, ਜਿਹੜੀ ਮੈਂ ਲਿਖਿਆ ਰਿਡਿਊਸ ਫੀਲਡ ਦੀ, ਤੇ ਇਹਨੂੰ ਆਪਾਂ ਰਿਡਿਊਸ ਵੈਲਿਊ ਆਫ ਦਾ ਇਲੈਕਟ੍ਰਿਕ ਫੀਲਡ ਆਪਾਂ ਕਹਿ ਦਿੰਦੇ ਹਾਂ। ਇਹ ਆ ਗਈ ਆਪਣੇ ਕੋਲ ਈਪੀ। ਠੀਕ ਹੈ, ਈ ਦੀ ਵੈਲਿਊ ਆ ਗਈ ਈ ਨਾਟ ਇਨ ਮੈਗਨੀਟਿਊਡ, ਮੈਂ ਪ੍ਰੋਡਕਸ਼ਨ ਡਰਾ ਕੀਤੀ ਸੀਗੀ, ਇਹ ਮੈਗਨੀਟਿਊਡ 'ਚ ਹੈ। ਓਕੇ, ਹੁਣ ਧਿਆਨ ਦਿਓ, ਜਿਵੇਂ ਆਪਾਂ ਪਿੱਛੇ ਕੀਤਾ ਸੀਗਾ ਆਪਣੇ ਕੋਲ ਸਿਗਮਾ ਵਾਸਤੇ ਆਪਾਂ ਮੰਨ ਸਪੋਜ਼ ਕਰ ਲੈਣੇ ਹੈਗੇ ਕਿ ਜਿਹੜੇ ਸਲੈਬ ਆ, ਸਲੈਬ ਤੇ ਨੈਗੇਟਿਵ ਚਾਰਜ ਸੀ ਨਾ, ਤਾਂ ਮੰਨ ਲਓ ਆਪਣੇ ਕੋਲ ਇੱਥੇ ਕੀ ਹੈਗਾ, ਇਹਦੀ ਸਿਗਮਾ ਨੈਗੇਟਿਵ ਸਿਗਮਾ ਪੀ ਇਹਦੀ ਕੀ ਹੈਗੀ, ਸਰਫੇਸ ਚਾਰਜ ਡੈਂਸਿਟੀ ਹੈਗੀ। ਸਿਮਿਲਰਲੀ ਇੱਧਰ ਕੀ ਹੋਊਗੀ, ਪੋਜ਼ਿਟਿਵ ਸਿਗਮਾ ਪੀ ਕਿਹਦੇ ਤੇ, ਸਲੈਬ ਤੇ। ਓਕੇ, ਕਿਉਂਕਿ ਦੇਖੋ ਜਿਹੜੀ ਇੰਡਿਊਸ ਚਾਰਜ ਆ ਉਹ ਇਕੁਅਲ ਨੇ। ਠੀਕ ਹੈ, ਇਕੁਅਲ ਤੇ ਆਪੋਜਿਟ ਨੇ। ਠੀਕ ਹੈ, ਚਾਰਜ ਦੇ, ਇਸ ਕਰਕੇ ਜਿਹੜੇ ਸਿਗਮਾ ਪੀ ਹੈਗਾ ਉਹ ਵੀ ਸੇਮ ਹੋਣਗੇ। ਜੇ ਆਪਾਂ ਮੈਗਨੀਟਿਊਡ ਦੀ ਗੱਲ ਕਰੀਏ, ਆਪਾਂ ਬੌਂਡ ਦੀ ਗੱਲ ਕਰੀਏ, ਸੇਮ ਹੋਣਗੇ, ਬਟ ਸਾਈਨ ਕੀ ਹੈਗਾ, ਡਿਫਰੈਂਟ ਹੋਊਗਾ। ਹਾਂਜੀ, ਤਾਂ ਪਿੱਛੇ ਉਹ ਕੁਐਸਚਨ ਯੂਜ਼ ਕਰੋ, ਆਪਣੇ ਕੋਲ ਈ ਪੀ ਕੀ ਸੀਗਾ, ਜਿੰਨਾ ਸਿਗਮਾ ਸਰਫੇਸ ਚਾਰਜ ਡੈਂਸਿਟੀ ਆ ਅਪੋਨ ਐਪਸਾਈਲਨ ਨਾਟ। ਠੀਕ ਆ, ਇਹ ਵਾਲੀ ਇਹ ਆਪਣਾ ਕੋਲ ਆ ਗਿਆ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੱਥੇ, ਜਿਹੜੀ ਇੱਧਰ ਨੂੰ ਲੱਗ ਰਹੀ ਹੈ ਡਿਊ ਟੂ ਪੋਲਰਾਈਜੇਸ਼ਨ ਕਹਿ ਸਕਦੇ ਆਪਾਂ, ਡਿਊ ਟੂ ਪੋਲਰਾਈਜੇਸ਼ਨ ਜਿਹੜੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਇਆਗਾ ਉਹ ਆਪਣੇ ਕੋਲ ਈ ਪੀ ਆ ਗਿਆ। ਠੀਕ ਆ, ਹੁਣ ਉਹਦੀ ਵੈਲਿਊ ਉੱਥੇ ਭਰ ਦਿਓ, ਕਿੱਥੇ ਭਰ ਦਿਓ, ਇਸ ਕੇਸ 'ਚ ਭਰ ਦਿਓ। ਈ ਨਾਟ ਕੀ ਸੀ ਆਪਣੇ ਕੋਲ, ਈ ਨਾਟ ਹੈਗਾ ਸੀ ਆਪਣੇ ਕੋਲ ਸਿਗਮਾ ਓਵਰ ਐਪਸਾਈਲਨ ਨਾਟ। ਠੀਕ ਹੈ, ਇਹ ਆਪਣੇ ਕੋਲ ਕੀ ਹੈਗਾ, ਯੂਜ਼ਿੰਗ ਸਿਗਮਾ ਪੀ ਓਵਰ ਐਪਸਾਈਲਨ ਨਾਟ, ਸਿਗਮਾ ਐਪਸਾਈਲਨ ਨਾਟ, sigma p over epsilon naught. So this value becomes sigma minus sigma p over epsilon naught. ਇਹ ਵੀ ਆਪਾਂ ਇਕੁਏਸ਼ਨ ਯਾਦ ਰੱਖਣੀ ਹੈ। ਦੇਖੋ ਜਿਹੜੇ ਬੱਚੇ ਨੂੰ ਪਤਾ ਵੀ E ਕੀ ਹੁੰਦਾ ਆਪਣਾ ਕੋਲ ਸਿਗਮਾ ਓਵਰ ਐਪਸਾਈਲਨ ਨਾਟ ਹੈਗਾ,
ਉਹਨੂੰ ਚਾਹੇ ਆ ਰੱਖ ਲਓ ਵੈਲਿਊ ਯਾਦ, ਚਾਹੇ ਆ ਰੱਖ ਲਓ, ਸੇਮ ਥਿੰਗ ਆ ਬਸ। ਹੁਣ ਅਗਲਾ ਹੈਗਾ ਆਪਣੇ ਕੋਲ डाइलेक्ट्रिक कांस्टेंट करांगे, ठीक है। पोलराइजेशन वेक्टर और अब कहने पोलराइजेशन डेंसिटी वो भी करांगे। फिर रिलेशन बिटवीन डाइलेक्ट्रिक कांस्टेंट एंड देखो डाइलेक्ट्रिक कांस्टेंट की आप डेफिनेशन पहला भी सर ने करवाई होगी कि जो आप कूलम्स फोर्स कर देंगे, ठीक है, उदों भी आप डिफाइन किया। हम यदी डेफिनेशन इत्थे इस तरह करांगे आप, ठीक है, अकॉर्डिंग टू दिस जो अपने को चैप्टर हैगा, ये चैप्टर के अकॉर्डिंग डेफिनेशन की हैगी वो आप दस दसना। लो जी, ये की हैगा, एक कांस्टेंट आ के की हैगा, रेशो आ गई अप्लाइड फील्ड ओवर, अप्लाइड फील्ड हो गया जी, ओवर की हो गया अपने को रिड्यूस्ड वैल्यू ऑफ द इलैक्ट्रिक फील्ड, ठीक है। ये आ गया अपने को डाइलेक्ट्रिक कांस्टेंट। के किया अपने को एप्सिलॉन नॉट ओवर रिड्यूस वैल्यू, ई किया रिड्यूस वैल्यू, नॉट ईपी, ईपी नहीं लेना अपने, आप लेना रिड्यूस वैल्यू। रिड्यूस वैल्यू की थी एक्सटर्नल फील्ड माइनस ईपी फील्ड ड्यू टू पोलराइजेशन, ठीक है। ये रिड्यूस वैल्यू आ गई, तो के की वैल्यू ये होगी। ये प्योरली एक नंबर आगा, इनू आप देखो रिलेटिव परमिटिविटी भी कह देने आगे, ठीक है, रिलेटिव परमिटिविटी भी कह देने आगे के नू। एक इहदा नाम होर भी हैगा स्पैसीफिक इंड्यूस्ड कैपेसिटी, ठीक है, इहदा नाम ये भी हैगा। हुण ध्यान दो जिहड़ा ई नॉट हैगा क्लीयरली सानू पता ई नॉट की आ रिड्यूस वैल्यू तो हाई होऊगा। हुण जो ई नॉट ओवर ई हैगा तो क्लीयरली अपन पता होगा ए वाला तो के की है ग्रेटर दैन 1 होगी। जिवें आप कह दें भी नीचे उपर 10 आ नीचे 2 आ, देखो 10 इज ग्रेटर दैन 2, सो ऑलवेज जी वैल्यू होगी जो उपर हाई हैगा नीचे लो हैगा, या आप कह सकते न्यूमिनेटर इज लार्ज एज कंपेयर टू डिनोमिनेटर, सो द वैल्यू विल बी ग्रेटर दैन 1। सो एक वैल्यू कितनी आ गई 5 विच इज ग्रेटर दैन 1, ओके। सो ये जा रखना गा जी के की वैल्यू आ गई वो एक तो ज़्यादा ही होगी, बस एक कि लिए होगी वो होगी वैक्यूम की, ठीक है। क्यों वैक्यूम के वैक्यूम में आप कुछ रखते नहीं है ना, पर वैक्यूम की होगा अपने को अप्लाइड फील्ड की होगा, रिड्यूस फील्ड तो होने नहीं क्योंकि वैक्यूम की खाली है कोई आइटम नहीं होना गा, सो उत्थे चार्ज डिस्ट्रीब्यूशन होनी होनी री डिस्ट्रीब्यूशन होनी, सो ई नॉट ही रहूगा, सो दी वैल्यू 1 होगी। वैक्यूम वास्ते के की वैल्यू 1 होगी, ठीक है। डाइलेक्ट्रिक कांस्टेंट भी कह दें आप, रिलेटिव परमिटिविटी भी कह दें, कई बार इनू के नाल लिख दूगा, कई बार इनू एप्सिलॉन आर नाल लिख दूगा, ठीक है, तो दोनों सिंबल ठीक ने। अगला है अपने को पोलराइजेशन डेंसिटी, कई बुक्स के पोलराइजेशन डेंसिटी लिखा हुआ, कई बुक्स में पोलराइजेशन वैक्टर लिखा हुआ है, तो तुहानूं दोनों पता होना चाहिए पोलराइजेशन डेंसिटी की होंगी है तो पोलराइजेशन वैक्टर की होंगे है, ठीक है। पोलराइजेशन डेंसिटी क्यों कहते हैं उसमें अगे प्रूव करके दसांगे पोलराइजेशन डेंसिटी कहने क्यों है। हाँ जी, पोलराइजेशन वैक्टर की है ये की कह रहा है भी जिन्ना भी नैट डाइपोल मूवमेंट प्रोड्यूस होया, ठीक है, नैट डाइपोल मूवमेंट ओके ओवर वॉल्यूम, किहदा वॉल्यूम जिहड़ा डाइलैक्ट्रिक पोलराइज डाइलैक्ट्रिक मटीरियल आगा जो अपने को डाइलैक्ट्रिक आ उन्होंने आप कहना कि पोलराइजेशन डेंसिटी या पोलराइजेशन वैक्टर पी, ओके। हुण जे आप सपोज कर लेने कि अपने को एक एटम या एक मॉलीक्यूल ते पी डाइपोल मूवमेंट इंड्यूस होया, ओके। सो अपने को है एन मॉलीक्यूल्स आर वी कैन से एटम्स पर यूनिट वॉल्यूम, ध्यान रखना है पर यूनिट वॉल्यूम आ जी अपने को आह अपने को एन की है नंबर ऑफ एटम्स ने, ये क्या अपने को वॉल्यूम हो गया, तो अपने को एन ए वाला होगा। तो पी वैक्टर की होगा जो अपने को पोलराइजेशन वैक्टर हैगा या पोलराइजेशन डेंसिटी हैगी वो की होगी अपने को कैपिटल एन, ठीक है, पी वैक्टर, ओके, ए वाली वैल्यू होगी। नैट डाइपोल मूवमेंट आप किवें कढांगे, इस तरह ही कढांगे ना भी नंबर हो गया इंटू एक एटम का डाइपोल मूवमेंट, ठीक है, पर यूनिट वॉल्यूम। सो ए वाला फैक्टर की बन गया अपने को, ए वाला फैक्टर बन गया कैपिटल एन, ओके। हुण इहनूं पर रिलेशन अगे ले जाने आगे, आप सपोज कर लेने आप जिहड़ा एरिया गा प्लेट का जिहड़ा अपने कोल कैपेसिटर हैगा उहदा एरिया मान लो ए हैगा। हुण कैपेसिटर की प्लेट च आप देखिए जे अपने को इस तरह डायग्राम ड्रा करांगे आह वाला एरिया गल कर रहे हैं या दो प्लेट्स ने, तो आप ए वाले एरिया की गल करते हैं, मतलब एरिया अपने को ए हैगा। हुण विचकार डिस्टेंस की है डी है, ठीक है। हुण ये की बन गया अपने को कुबाइड बन गया, कुबाइड का वॉल्यूम अपने को वॉल्यूम की होंदा गा
एरिया इंटू हाइट ला लो, ठीक है, हाइट लगा लो, ठीक है, इस तरह हो गया अपने को। जे अपने को ए अपने को एल आ, ए बी आ, तो एल इंटू डी भी कर सकते हो, ये वॉल्यूम आ गया। सो ए इंटू डी की अपने को वॉल्यूम आ गया, ठीक है। ਜਿਹੜੀ स्पेस आ गई किहदे विचकार स्पेस पई आ गई, स्पेस बिटवीन ਜਿਹੜੀਆਂ ਦੋ ਆਪਣੇ ਕੋਲ ਪਲੇਟਸ ਨੇ ਉਹਨਾਂ ਵਿਚਕਾਰ ਜਿਹੜੀ ਸਪੇਸ ਆ ਗਈ ਵੋਲੀਅਮ ਹੈਗਾ ਉਹ ਏ ਡੀ ਆ। ਓਕੇ ਜੀ, ਹੁਣ ਦੇਖੋ ਜਿਹੜੀ ਆਪਾਂ ਨੇ ਸਲੈਬ ਰੱਖੀ ਸੀ ਉਹਦੇ ਤੇ ਇੰਡਿਊਸ ਚਾਰਜ ਕੀ ਆਇਆ ਸੀ, ਕਿਊ ਆਇਆ ਸੀ, ਠੀਕ ਹੈ। ਓਕੇ, ਤਾਂ ਆਪਣੇ ਕੋਲ ਇੱਧਰ ਕੀ ਆਇਆ ਸੀਗਾ ਮਾਈਨਸ ਕਿਊ, ਇੱਧਰ ਪਲੱਸ ਕਿਊ ਆਇਆ ਸੀਗਾ। ਉਹਨਾਂ ਵਿਚਕਾਰ ਸਪੇਸ ਕੀ ਹੈਗੀ, ਉਹ ਹੈਗੀ ਡੀ ਵਾ। ਸੋ ਡਾਈਪੋਲ ਮੂਵਮੈਂਟ ਆਪਾਂ ਕਿਵੇਂ ਡਿਫਾਈਨ ਕਰ ਦਿਆਂਗੇ, ਡਾਈਪੋਲ ਮੂਵਮੈਂਟ ਕਰ ਦਿਆਂਗੇ ਚਾਰਜ, ਓਕੇ, ਇਨਟੂ ਸੈਪਰੇਸ਼ਨ ਬਿਟਵੀਨ ਚਾਰਜ, ਇਹ ਆਪਣੇ ਕੋਲ ਡਾਈਪੋਲ ਮੂਵਮੈਂਟ ਆ ਗਿਆ। ਸੋ ਇੱਕ ਤੇ ਕਿੰਨਾ ਆ ਗਿਆ, ਕਿਊ ਆਈ ਡੀ ਆ ਗਿਆ, ਸੌਰੀ ਇੱਕ ਤੇ ਨਹੀਂ, ਇਹ ਜੇ ਆਪਾਂ ਇੱਕ ਤੇ ਚਾਰਜ ਕਿੰਨਾ ਆ ਗਿਆ, ਨੈਟ ਚਾਰਜ ਆ, ਇਹ ਧਿਆਨ ਰੱਖਣਾ ਨੈਟ ਚਾਰਜ। ਸੋ ਨੈਟ ਡਾਈਪੋਲ ਮੂਵਮੈਂਟ ਕਿੰਨਾ ਆ ਗਿਆ, ਕਿਊ ਇੰਟੂ ਡੀ ਆ ਗਿਆ, ਇਹ ਆ ਗਿਆ ਆਪਣੇ ਕੋਲ ਨੈਟ ਡਾਈਪੋਲ ਮੂਵਮੈਂਟ, ਨੈਟ ਡਾਈਪੋਲ ਮੂਵਮੈਂਟ, ਠੀਕ ਹੈ ਜੀ। ਹੁਣ ਡਿਫਾਈਨ ਕਰੋ, ਕਿਹੜਾ ਡਿਫਾਈਨ ਪੀ। ਸੋ ਕਿ ਨੈਟ ਡਾਈਪੋਲ ਮੂਵਮੈਂਟ ਕਿੰਨਾ, ਕਿਊ ਆਈ ਡੀ ओवर एरिया वॉल्यूम, वॉल्यूम कितना का ए डी। सो डी ना डी कैंसल, क्यू आई ओवर ए। हम देखो चार्ज ओवर एरिया, चार्ज ओवर एरिया के अंदर अपने को सरफेस चार्ज डेंसिटी, हम ये सरफेस चार्ज डेंसिटी किहदी आ गई, पोलराइजेशन वाली, ठीक है। तो इस करके आप सिग्मा पी लिखांगे, तो क्लीयरली सानू पता लग गया जिहड़ा पोलराइजेशन वैक्टर है वो सरफेस चार्ज डेंसिटी ही है। किहड़ी सरफेस चार्ज डेंसिटी आ गई, पोलराइजेशन सरफेस चार्ज डेंसिटी ही है। इस करके नाम पोलराइजेशन सरफेस चार्ज डेंसिटी भी कह देने आगे, कई बार इन्हू पोलराइजेशन वैक्टर भी कह देने हैं। मेन काम की है इनू मैजर करना गा भी किन्ना उत्थे अपने को डायलैक्टर दे विच जिहदी वैल्यू हाई हुई, इट मीन उत्थे अपने को पोलराइजेशन हाई हुई हैगी, जिहदी वैल्यू लो हुई तो उत्थे पोलराइजेशन वैल्यू घट हुई हैगी, पोलराइजेशन घट होएगा। तो इस करके ये की हैगा, ये मैजर करदा गा डिग्री ऑफ पोलराइजेशन इन द डायलैक्ट्रिक। ओके, हाँ जी, ਹੁਣ ਪਿੱਛੇ ਆਪਾਂ ਜਿਹੜਾ ਆਪਣੇ ਕੋਲ ਰਿਡਿਊਸ ਇਲੈਕਟ੍ਰਿਕ ਫੀਲਡ ਕੱਢਿਆ ਸੀਗਾ ਉਹਦਾ ਰਿਲੇਸ਼ਨ ਆਪਾਂ ਯੂਜ਼ ਕਰਨਾਗਾ। ਆਪਣੇ ਕੋਲ ਹੈਗਾ ਸੀਗਾ E ਇਜ਼ ਇਕੁਅਲ ਟੂ ਸਿਗਮਾ ਮਾਈਨਸ ਸਿਗਮਾ ਪੀ ਓਵਰ ਐਪਸਾਈਲਨ ਨॉट, ਇਹ ਸੀ ਨਾ। ਤਾਂ ਸਿਗਮਾ ਪੀ ਦੀ ਵੈਲਿਊ ਭਰ ਦਿਓ, ਸਿਗਮਾ ਮਾਈਨਸ ਸਿਗਮਾ ਪੀ ਦੀ ਕੀ ਹੈਗਾ ਆਪਣੇ ਕੋਲ ਪੋਲਰਾਈਜੇਸ਼ਨ ਵੈਕਟਰ P ਐਪਸਾਈਲਨ ਨॉट, और वी कैन राइट आल्सो सिग्मा ओवर एप्सिलॉन नॉट माइनस पी ओवर एप्सिलॉन नॉट, इस तरह भी लिख सकते हैं आप। जब अपने को सिग्मा ओवर एप्सिलॉन नॉट किया ई नॉट, इस तरह भी लिख सकते हैं, ठीक है। काफ़ी तरह के रिलेशन ने, बस तुम पता होना चाहिए कि मेन की है रिलेशन। ओके, तो ये अपने को आ गया अपने को रिलेशन बिटवीन पोलराइजेशन वैक्टर एंड एक्सटर्नल जो अपने को फील्ड है एंड जो रिड्यूस वैल्यू ऑफ इलैक्ट्रिक फील्ड है वो अपने को रिलेशन आ गया, ठीक है जी। अगला जो अपने को टॉपिक आगा वो हैगा इलैक्ट्रिक ससैप्टिबिलिटी। हुण ये की हुंदा है, जिहड़ी पोलराइजेशन वैक्टर आ जां पोलराइजेशन डेंसिटी आ जिन्हों आप पी कहने हैं, वो डायरैक्टली प्रोपोर्शनल होंदी है जिहड़ा अपना अप्लाइड फील्ड है, सॉरी रिड्यूस्ड फील्ड है, रिड्यूस फील्ड। ओके, ध्यान रखना रिड्यूस फील्ड है वो प्रोपोर्शनल होंदी है। जे प्रोपोर्शनल लगा तो उत्थे कोई कॉन्सटेंट भी लगूगा नाल एप्सिलॉन नॉट लग के, जिहड़ा ए वाला कॉन्सटेंट आ इहनूं आपां कहने आगे इलैक्ट्रिक ससैप्टिबिलिटी। ओके, इलैक्ट्रिक ससैप्टिबिलिटी का नाम आगा यह डिमेंशनलैस कॉन्सटेंट है, ठीक है। तो पी की वैल्यू अपन पता लग गई। हुण ये पी की वैल्यू आप पुट कर दो ताकि आप रिलेशन कट सके, रिलेशन बिटवीन डायलैक्ट्रिक कॉन्सटेंट एंड इलैक्ट्रिक ससैप्टिबिलिटी। जिहड़ा ए वाला अपने को इलैक्ट्रिक ससैप्टिबिलिटी है यह नैचुरल मैजर करता है, नैचुरली मैजर करता है, किहनूं मैजर करता है, डिग्री ऑफ पोलराइजेशन, कितनी पोलराइजेशन आपां कीता सीगा पी, वो की दसदा सी भी हाँ डिग्री ऑफ पोलराइजेशन हुई हैगी, ये नैचुरली दसदा। ओके, सो अपने को ई नॉट माइनस पी ओवर एप्सिलॉन नॉट सी। सो पी की वैल्यू पुट कर दो इत्थों, पी की वैल्यू हैगी अपने सॉरी एक्साई एप्सिलॉन नॉट ई ओवर एप्सिलॉन नॉट, तो ई ये कट जूगा। सो ई इज इक्वल टू ई नॉट दिस इंटू दिस हो गया। ओके, इन्हें सॉल्व करांगे अपने को इधर ले आओ, ई नॉट ई कॉमन कर लो, ई नॉट, सो 1 प्लस दिस
ई नॉट ਇਹਦੇ ਜਾ ਕੇ ਡਿਵਾਈਡ ਹੋ ਜਾਊਗਾ। ਸੋ ਇਹ ਕੀ ਆ ਆਪਣੇ ਕੋਲ, ਇਹ ਆਪਾਂ ਅਪਲਾਈਡ ਜਾਂ ਐਕਸਟਰਨਲ ਫੀਲਡ, ਉਹ ਕੀ ਆ ਰਿਡਿਊਸਡ ਵੈਲਿਊ, ਰੇਸ਼ੋ ਆ ਗਈ ਹੈ ਤਾਂ ਕੀ ਇਹ ਡਾਇਲੈਕਟ੍ਰਿਕ ਕਾਂਸਟੈਂਟ ਆ ਅਕੋਰਡਿੰਗ ਟੂ ਡੈਫੀਨੇਸ਼ਨ ਦਿਸ ਇਜ਼ ਕੇ। ਸੋ ਦਿਸ ਇਜ਼ ਦ ਰਿਲੇਸ਼ਨ ਬਿਟਵੀਨ इलेक्ट्रिक susceptibility एंड डायलैक्ट्रिक कांस्टेंट। ओके, कई बार पूछ सकते हैं, एक दो नंबर 'ਚ आ सकता, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। अगला है अपने को डायलैक्ट्रिक स्ट्रेंथ की होंगी है। ਹੁਣ ਸਭ ਤੋਂ ਪਹਿਲਾਂ ਦੇਖੋ ਕਿ ਜਿਹੜੇ ਆਪਣੇ ਕੋਲ एटम्स ने, ठीक है, मान लो मैं फील्ड लगा रहा आ फील्ड है, ठीक है, पॉजिटिव नैगेटिव इधर फील्ड लग रहा है, ठीक है, इतने मान लो कोई एटम पे आएगा, सपोज कर लो। ओके, जो फील्ड लगाऊंगा तो तेरी चार्ज की हुई रीडिस्ट्रीब्यूट हो जाऊगा, ठीक है, पॉजिटिव इधर चले जाऊगा, नैगेटिव इधर चले जाऊगा। हुण ये तो हो गया अपने को फील्ड अप्लाई करते, जो मैं फील्ड की वैल्यू इनक्रीज करी जाऊँगा, ठीक है, हाई कर दूंगा, तो इलैक्ट्रॉन ने वो इलैक्ट्रॉन की डीटैच हो जाएंगे। डीटैच का मतलब एटम तो बाहर निकल जाएंगे, ठीक है, इनू कहने आप इलैक्ट्रिक ब्रेकडाउन। एटम का ब्रेकडाउन कह लो या सबसटांस का ब्रेकडाउन कह लो। जो आप इस तरह मैक्सीमम जी फील्ड की वैल्यू अप्लाई कर दिए कि इलैक्ट्रिक ब्रेकडाउन हो जाए, ठीक है, उसके की होगा जो इलैक्ट्रॉन्स ने वो की है ये तो एटम्स तो बाहर निकल जाएंगे, ठीक है, इनू कहांगे आप इलैक्ट्रिक ब्रेकडाउन। ओके, तो डायलैक्ट्रिक स्ट्रेंथ की आ गई, डायलैक्ट्रिक स्ट्रेंथ यही आ गई कि जे अपने को मैक्सीमम ऑफ वैल्यू इलैक्ट्रिक फील्ड की किन्नी अप्लाई करिए कि की है जो अपने को ਉਹਦੀ इलैक्ट्रिक ब्रेकडाउन ना हो। मैक्सीमम आप कह सकते हैं भी किन्ना अपने को जी डायलैक्ट्रिक मटीरियल आ वो फील्ड झल सकता है ताकि वह ब्रेकडाउन ना हो, ठीक है। तो ये अपने को फील्ड की वैल्यू हुई होगी, जो फील्ड है तो फील्ड की यूनिट की होंगी वोल्ट पर मीटर, पर जी ये वैल्यू है वेरी वेरी स्मॉल आ गई। सो आप यूज कर देंगे जी प्रैक्टिकल यूनिट आ किलो वोल्ट पर मिलीमीटर, ये प्रैक्टिकल यूनिट है, ठीक है। जिमें वैक्यूम का की है, वैक्यूम का डायलैक्टर की है इनफिनिटी है। वैक्यूम का डायलैक्टर इनफिनिटी क्यों आगा, क्योंकि कोई इतने एटम ही नहीं है, तो एटम ही नहीं होगा तो ब्रेकडाउन किसी होना नहीं, इस करके वैल्यू की इनफिनिटी होगी। ओके, एयर का कितना है, एयर की 0.8 किलो वोल्ट पर मिलीमीटर। इस तरह पेपर का कितना 16 है। ओके।